ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ ਦੋਹਰਾ। ਰਾਮ ਕੋਇਰ ਇਸ ਭਾਂਤ ਢਿਕ ਦਸਵੇਂ ਪਾਤਸ਼ਾਹ। ਬਹੁਤ ਬਾਰਤਾ ਤਬ ਕਰੀ ਆਗੈ ਸੁਨੀਐ ਤਾਹੇ। ਰਾਮ ਕੋਇਰ ਇਸ ਭਾਂਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਨਾਲ ਮਿਲ ਕੇ ਜੋ ਕਵੀ ਸੰਤੋਖ ਸਿੰਘ ਜੀ ਨੇ ਸਤਿਗੁਰੂ ਸਾਹਿਬ ਜੀ ਦਾ ਪਵਿੱਤਰ ਇਤਿਹਾਸ 16 ਛੰਦਾਬੰਦੀ ਵਿੱਚ 10ਵਾਂ ਕਾਵਿ ਦੇ ਨਿਯਮਾਂ ਵਿੱਚ ਰਚਿਆ ਹੈ, ਹੁਣ ਲੜੀਵਾਰ ਨੂੰ ਵੀ ਸਰਵਣ ਕਰ ਰਹੇ ਹਾਂ। ਸਭ ਤੋਂ ਪਹਿਲਾਂ ਜਿਵੇਂ ਆਪ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਬੜੇ ਸੋਹਣੇ ਢੰਗ ਨਾਲ ਲਿਖਿਆ ਹੈ, ਉਹ ਪੜ੍ਹਿਆ ਸੁਣਿਆ ਹੈ। ਉਸ ਤੋਂ ਬਾਅਦ ਜੇ ਆਪ ਜੀ ਨੇ ਬਾਕੀ ਸਤਿਗੁਰਾਂ ਦਾ ਇਤਿਹਾਸ ਪ੍ਰਾਰੰਭ ਕੀਤਾ, ਜਿਸ ਪੁਸਤਕ ਦਾ ਨਾਮ, ਗ੍ਰੰਥ ਦਾ ਨਾਮ ਆਪ ਜੀ ਨੇ ਗੁਰ ਪ੍ਰਤਾਪ ਸੂਰਜ ਕਰਕੇ ਰੱਖਿਆ ਹੈ, ਉਸ ਪੁਸਤਕ ਦੀ ਪ੍ਰਾਰੰਭਤਾ ਵਿੱਚ ਜਿਵੇਂ ਸਤਿਗੁਰਾਂ ਦੇ ਮੰਗਲ ਆਏ ਨੇ ਆਪ ਜੀ ਨੇ ਕੀਤੇ, ਆਪਾਂ ਰਲ ਮਿਲ ਕੇ ਵਿਚਾਰਿਆ ਹੈ। ਇਸੇ ਤਰ੍ਹਾਂ ਜਿਸ ਇਤਿਹਾਸ ਦਾ ਆਪ ਜੀ ਨੇ ਉਲੱਥਾ ਕੀਤਾ ਹੈ, ਉਹ ਭਾਈ ਸਾਹਿਬ ਭਾਈ ਰਾਮ ਕੌਰ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵਿੱਚੋਂ ਹੋਏ ਸਨ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਿਸ ਵੇਲੇ ਨੰਦੇੜ ਸ਼ਹਿਰ ਵਿਖੇ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਖਤ ਦੇ ਕੇ ਜੋਤੀ ਜੋਤ ਸਮਾ ਗਏ ਸਨ। 13 ਸਿੰਘ ਵੈਰਾਗ ਅਵਸਥਾ ਵਿੱਚ ਇਹਨਾਂ ਦੇ ਕੋਲ ਪਹੁੰਚੇ ਸਨ, ਬੇਨਤੀ ਕੀਤੀ ਕਿ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਜਿਹੜੇ ਕੀਰਤਨ ਉਹ ਸੁਣਾਓ, ਸਰਵਣ ਦਰਸ਼ਨ ਕਰਾਓ। ਬੇਨਤੀ ਮੰਨਦਿਆਂ ਹੋਇਆਂ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਇਤਿਹਾਸ ਸੁਣਾਇਆ ਸੀ ਤੇ ਸਿੰਘਾਂ ਨੇ ਕਵੀ ਜੀ ਕੋਲ ਬੇਨਤੀ ਕਰ ਲਈ ਵੀ ਜਿਸ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਸਤਿਗੁਰੂ ਜੀ ਦਾ ਇਤਿਹਾਸ ਸੁਣਾਇਆ ਉਹ ਕਿਹੋ ਜਿਹੇ ਜੀਵਨ ਵਾਲੇ ਸਨ, ਕਿੰਨੀ ਉੱਚੀ ਅਵਸਥਾ ਦੇ ਮਾਲਕ ਸਨ। ਕਵੀ ਸੰਤੋਖ ਸਿੰਘ ਜੀ ਫਿਰ ਆਪਣੇ ਪੁਸਤਕ ਦੇ ਮੁੱਢ ਦੇ ਵਿੱਚ ਹੀ ਭਾਈ ਸਾਹਿਬ ਭਾਈ ਰਾਮ ਕੌਰ ਜੀ ਦਾ ਸੋਹਣਾ ਜੀਵਨ ਲਿਖਿਆ ਹੈ, ਜਿਹਨੂੰ ਆਪਾਂ ਕਈ ਰੋਜ਼ ਤੋਂ ਪੜ੍ਹ ਰਹੇ ਹਾਂ। ਕੱਲ ਜਿਵੇਂ ਉਹ ਅਨਾਇਤ ਖਾਂ ਲਾਹੌਰ ਦਾ ਸੂਬਾ ਆਪ ਜੀ ਨੂੰ ਲੈ ਕੇ ਚੱਲਿਆ ਗਿਆ ਸੀ, ਜਿਵੇਂ ਬੇਨਤੀਆਂ ਕਰਕੇ ਸਾਰਾ ਜਿਹੜਾ ਸਾਜੋ ਸਮਾਨ ਲੁੱਟਿਆ ਫੁੱਟਿਆ ਵਾਪਸ ਕਰਵਾਇਆ ਹੈ। ਫਿਰ ਆਪ ਭਾਈ ਸਾਹਿਬ ਘੋੜੇ ਉੱਪਰ ਹੀ ਚੜ੍ਹਦੇ ਸਨ। ਆਮ ਤਾਂ ਜਿੰਨੇ ਵੀ ਸਵਾਰੀ ਕਰਨ ਵਾਲੇ ਆ ਦੋ ਪਾਸੇ ਪੈਰ ਕਰਕੇ ਦੋ ਪਾਸੇ ਲੱਤਾਂ ਵਿੱਚ ਰਕਾਬਾਂ ਵਿੱਚ ਪਾ ਕੇ ਚੱਲਦੇ ਨੇ, ਪਰ ਭਾਈ ਸਾਹਿਬ ਦੀ ਸਵਾਰੀ ਕਰਨ ਦਾ ਢੰਗ ਬਾਕੀ ਲੋਕਾਂ ਨਾਲੋਂ ਨਿਰਾਲਾ ਹੀ ਸੀ। ਇੱਕ ਪਾਸੇ ਹੀ ਚਰਨ ਕਰਕੇ ਇਸ ਤਰ੍ਹਾਂ ਘੋੜੇ ਨੂੰ ਭਜਾ ਲੈਂਦੇ ਸਨ। ਭਾਈ ਰਾਮਾ ਜੀ ਨੂੰ ਪੁੱਛਿਆ ਵੀ ਐਸਾ ਕਿਉਂ ਕਰਦੇ ਨੇ? ਇਹਨਾਂ ਦਾ ਤਾਂ ਐਸਾ ਹੀ ਹੈ, ਆਹੀਂ ਕਰਦੇ ਕਦੇ ਕਦੇ ਦੋ ਪਾਸੇ ਕਰਦੇ ਹੈ, ਨਹੀਂ ਤਾਂ ਬਸ ਇੱਕ ਪਾਸੇ
ਲੱਤਾਂ ਕਰਕੇ ਬਹਿ ਜਾਂਦੇ ਤੇ ਜਿੰਨਾ ਮਰਜ਼ੀ ਘੋੜੇ ਨੂੰ ਭਜਾਉਣ ਕੋਈ ਫਰਕ ਨਹੀਂ ਪੈਂਦਾ ਹੈ। ਫਿਰ ਮਨ ਵਿੱਚ ਇਹਦੇ ਸ਼ੰਕਾ ਜਿਹੀ ਹੋ ਗਈ ਸੀ ਵੀ ਸ਼ਾਇਦ ਵੀ ਇਹ ਘੋੜਾ ਹੀ ਭਜਾਇਆ ਹੋਵੇ ਇਹਨਾਂ ਦਾ। ਫਿਰ ਕੋਈ ਚੁਸਤ ਚਲਾਕ ਜੀ ਬਹੁਤੀ ਅੜੀਅਲ ਜੀ ਘੋੜੀ ਦੇ ਤਿਵੱਲੇ ਵਿੱਚ ਖੜੋਤੀ ਸੀ, ਉਹਦੇ ਦੁਆਰਾ ਫਿਰ ਪਰਖ ਕਰਨੀ ਚਾਹੇ। ਇਸ ਤਰ੍ਹਾਂ ਪਹਿਲਾਂ ਤਾਂ ਸਾਰੇ ਲਾਹੌਰ ਸ਼ਹਿਰ ਵਿੱਚ ਇਹਨੂੰ ਫੇਰਿਆ, ਮਨ ਅਨੁਸਾਰ ਚੱਲ ਰਹੇ ਹੈ। ਫਿਰ ਆਪਣੇ ਮਕਾਨ ਜਿੱਥੇ ਬਣਾਏ ਸੀ ਉੱਥੇ ਲੈ ਨਾਇਤ ਖਾਂ ਉੱਚੇ ਚਵਾਰੇ ਤੇ ਚੜ੍ਹ ਗਏ। ਸਾਰਾ ਘਰ ਘਾੜ ਸ਼ਹਿਰ ਦਿਖਾਉਣ ਲੱਗ ਪਿਆ। ਭਾਈ ਸਾਹਿਬ ਨੇ ਸੁੱਤੇ ਸਿੱਧੀ ਵਚਨ ਕੱਢ ਦਿੱਤਾ, ਕਹਿੰਦੇ ਵੀ ਜਿਹੜਾ ਸਾਡੇ ਘਰ ਦਾ ਤਥਾ ਰਵਿਦਾਸ ਕੇ ਨਗਰ ਦਾ ਸਾਜੋ ਸਮਾਨ ਲਾਹੌਰ ਦੇ ਲੋਕਾਂ ਨੇ ਲੁੱਟਿਆ ਪੁੱਟਿਆ ਸੀ, ਮੂਰਖਾਂ ਨੇ, ਉਹ ਤਾਂ ਤੂੰ ਵੀ ਮੁੜਵਾਤਾ। ਜਦੋਂ ਕੋਈ ਸਮਾਂ ਆਇਆ ਵੀ ਲਾਹੌਰ ਲੁੱਟਿਆ ਪੁੱਟਿਆ ਗਿਆ, ਉਜਾੜਿਆ ਗਿਆ, ਇਹਨਾਂ ਦਾ ਕੌਣ ਸਾਜੋ ਸਮਾਨ ਵਾਪਸ ਕਰਾਏਗਾ? ਇਹਨੇ ਕਿਹਾ ਮਹਾਰਾਜ ਵਰ ਦਿੰਦੇ ਕੋਈ ਸ਼ਰਾਪ। ਇਹਨਾਂ ਨੇ ਸਤੀ ਸੋਦੇ ਸਦ ਪੁੱਛਦੇ ਆ ਵੀ ਤੂੰ ਤਾਂ ਸਾਡਾ ਬਣਵਾ ਦਿੱਤਾ, ਵਾਪਸ ਕਰਵਾ। ਇਹਨਾਂ ਦਾ ਕੌਣ ਕਰਾਏਗਾ? ਪਰ ਇਹਨਾਂ ਦਾ ਨਹੀਂ ਕਿਸੇ ਨੇ ਕਰਾਉਣਾ ਹੈ। ਉਹ ਸੀ ਵੀ ਜਿਵੇਂ ਗੁਰੂ ਘਰ ਦਾ ਸਾਜੋ ਸਮਾਨ ਲੁੱਟਿਆ ਪੁੱਟਿਆ, ਇਹਨਾਂ ਦਾ ਵੀ ਫਿਰ ਇੱਕ ਦਿਨ ਆ ਜਾਣਾ ਹੈ। ਇਹ ਫਲ ਇਹਨਾਂ ਨੂੰ ਮਨਾ ਇਹ ਕਰ ਕਰੀ ਸੋਏ ਕਰ ਪਾਏ। ਇਹ ਸਿੰਘ ਉਜਾੜ ਦੇਣਗੇ ਤੁਹਾਡਾ ਉਹ ਲੁੱਟ ਪੁੱਟ ਲਿਜਾਣਗੇ ਖਾਲਸੇ, ਕਿੱਤੀ ਦਾ ਫਲ ਮਿਲ ਜਾਏਗਾ। ਫਿਰ ਜਦੋਂ ਘੋੜੀ ਉੱਪਰ ਚੜ੍ਹ ਕੇ ਆਪਣੇ ਨਗਰ ਵੱਲ ਨੂੰ ਜਾਣ ਲੱਗੇ, ਨੌਕਰ ਚਾਕਰ ਭੇਜੇ ਵੀ ਤੁਸੀਂ ਪ੍ਰੀਖਿਆ ਕਰਨੀ ਵੀ ਕਿਤੇ ਰਸਤੇ ਵਿੱਚ ਤਾਂ ਨਹੀਂ ਡਿੱਗ ਡੁੱਗ ਪੈਂਦੇ। ਡਿੱਗਣਾ ਡੁੱਗਣਾ ਕੀ ਹੈ? ਜਿਹੜੇ ਕੋਈ ਐਸੇ ਸਤਿਪੁਰਸ਼ ਦੇ ਆਤਮਿਕ ਵਲੀ ਹੁੰਦੇ ਉਹਨਾਂ ਨੂੰ ਕੌਣ ਇਸ ਤਰ੍ਹਾਂ ਇਹ ਕਰ ਕਰਾ ਸਕਦਾ ਹੈ? ਉਹ ਤਾਂ ਸਰਵ ਕਲਾ ਸਮਰੱਥ ਦੇ ਜੀ, ਉਹ ਡੁੱਡ ਕੇ ਜਿੱਥੇ ਮਰਜ਼ੀ ਚਲੇ ਜਾਣ। ਤੇ ਮਾਤਾ ਗੁਜਰੀ ਜੀ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਵੀ ਜੀਵਨ ਮੁਕਤ ਪੁਰਸ਼ਾਂ ਦੀ ਅਵਸਥਾ ਦੀ ਬਾਣੀ ਪੜ੍ਹੀ ਹੈ। ਐਸਾ ਮਾਨ ਤੈਸਾ ਮਾਨ, ਤੈਸਾ ਰੰਗ ਤੈਸਾ ਰਾਜਾਨ। ਜਾਂ ਬ੍ਰਹਮ ਗਿਆਨੀ ਦੀ ਅਸ਼ਟਪਦੀ ਸੁਣ ਕੇ ਕਹਿੰਦੇ ਮਹਾਰਾਜ ਵੀ ਇਸ ਸਮੇਂ ਕੋਈ ਐਸਾ ਹੈ ਇਸ ਅਵਸਥਾ ਦਾ ਮਾਲਕ? ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਾਤਾ ਨੂੰ ਕਿਹਾ ਵੀ ਕੱਲ ਨੂੰ ਪ੍ਰਸ਼ਾਦਾ ਤਿਆਰ ਕਰੋ, ਬ੍ਰਹਮ ਗਿਆਨੀ ਆ ਕੇ ਛਕਣਗੇ। ਇਹਦੇ ਭਾਈ ਰਾਮ ਕੌਰ ਜੀ ਨੂੰ ਇਸ਼ਾਰਾ ਕਰਤਾ ਵੀ ਤੁਸੀਂ ਹੁਣ ਆ ਕੇ ਛਕਣਾ ਹੈ ਇੱਥੇ। ਇਹਨਾਂ ਤੇ ਕਿਰਪਾ ਸੀ, ਉੱਥੇ ਬੈਠੇ ਪਤਾ ਚੱਲ ਗਿਆ ਵੀ ਮਹਾਰਾਜ ਨੇ ਛੱਡਿਆ। ਫਿਰ ਘੋੜੀ ਤੇ ਚੜ੍ਹ ਕੇ ਜੋ ਨਾਇਤ ਖਾਂ ਨੇ ਦਿੱਤੀ ਸੀ, ਇਹਦੇ ਤੇ ਚੜ੍ਹ ਕੇ ਆਏ ਸੀ। ਫਿਰ ਦੇਖਿਆ ਵੀ ਉਧਰ ਪ੍ਰਸ਼ਾਦਾ ਤਿਆਰ ਹੋ ਗਿਆ। ਮਾਤਾ ਜੀ ਗੁਰੂ ਮਹਾਰਾਜ ਕੋਲ ਚਲੇ ਗਏ। ਮਹਾਰਾਜ ਉਹ ਤਾਂ ਆਏ ਨਹੀਂ ਬ੍ਰਹਮ ਗਿਆਨੀ, ਤੁਸੀਂ ਕਹਿੰਦੇ ਸੀ ਤਿਆਰ ਕਰੋ, ਆ ਜਾਣਗੇ। ਮਹਾਰਾਜ ਕਹਿੰਦੇ ਬਸ ਆ ਗਏ। ਇੰਨਾ ਕਹਿਣ ਦੀ ਦੇਖ ਸੀ ਭਾਈ ਸਾਹਿਬ ਨੇ ਦੇਖਿਆ ਵੀ ਹੁਣ ਤਾਂ ਥੋੜ੍ਹੀ ਜਿਹੀ ਤਾਕਤ ਦੀ ਵਰਤੋਂ ਕਰਨੀ ਪਊਗੀ। ਉਹ ਘੋੜੀ ਰਾਹੀਂ ਤਾਂ ਨਹੀਂ ਹੁਣ ਪੁੱਜਿਆ ਜਾਂਦਾ। ਬਸ ਹੋਰ ਨਹੀਂ ਕੀਤਾ, ਉਹ ਨਹੀਂ ਆ ਗਏ ਅਨੰਦਪੁਰ। ਆ ਮੱਥਾ ਟੇਕਿਆ। ਮਹਾਰਾਜ ਕਹਿੰਦੇ ਵੀ ਘਰੇ ਮਾਤਾ ਜੀ ਚੇਤੇ ਕਰ ਰਹੇ, ਪਹਿਲਾਂ ਪ੍ਰਸ਼ਾਦ ਛਕ ਲਓ, ਫਿਰ ਬਚਨ ਬਿਲਾਸ ਬਾਅਦ ਵਿੱਚ ਕਰਾਂਗੇ। ਭੋਜਨ ਪ੍ਰਸ਼ਾਦਾ ਛਕਦਿਆਂ ਮਾਤਾ ਜੀ ਨੇ ਪੁੱਛ ਲਿਆ ਵੀ ਕਿਤੇ ਨੇੜੇ ਤੇੜੇ ਹੋਣੇ ਭਾਈ ਸਾਹਿਬ ਤੁਸੀਂ? ਤੇ ਹੁਣੇ ਮੈਂ ਸਤਿਗੁਰਾਂ ਕੋਲ ਗਈ ਸੀ। ਮਹਾਰਾਜ ਕਹਿੰਦੇ ਬਸ ਆਏ। ਉਹ ਦੋ ਚਾਰ ਵਾਰੀ ਪੁੱਛਿਆ। ਉਸ ਵੇਲੇ ਭਾਈ ਸਾਹਿਬ ਨੇ ਆਪਣੇ ਆਪ ਨੂੰ ਗੋਤ ਰੱਖਣ ਵਾਸਤੇ ਕਹਿੰਦੇ ਮਾਤਾ ਜੀ ਜਿੱਥੇ ਸਤਿਗੁਰੂ ਰੱਖਦੇ ਉੱਥੇ ਰਹਿ ਪੈਂਦੇ, ਜਿੱਥੇ ਸਾਨੂੰ ਲੈ ਜਾਂਦੇ ਉੱਥੇ ਚਲੇ ਜਾਂਦੇ। ਅਸੀਂ ਤਾਂ ਆਕਾਸ਼ ਦੀਆਂ ਪੂਤਲੀਆਂ ਵਰਗੇ ਆ। ਇਹ ਮਹਾਰਾਜ ਦੀ ਮੌਜ ਹੈ। ਕਹਿੰਦੇ ਨਹੀਂ ਫਿਰ ਵੀ ਨੇੜੇ ਤੇੜੇ ਹੋਣੇ, ਤੁਸੀਂ ਛੇਤੀ ਆ ਗਏ।
ਉਸ ਵੇਲੇ ਫਿਰ ਭਾਈ ਸਾਹਿਬ ਕਹਿਣਗੇ ਹੁਣ ਤੂੰ ਗੁਰੂ ਕੀ ਮੱਤ ਹੈ, ਦੱਸਣ ਵਾਲੀ ਗੱਲ ਤਾਂ ਹੈ ਨਹੀਂ ਸੀ, ਤੈਨੂੰ ਦੱਸਦੇ ਆ। ਵੀ ਸਵੇਰੇ ਦੇ ਅਸੀਂ ਰਵਿਦਾਸ ਕੇ ਨਗਰ ਤੋਂ ਚੱਲੇ, ਰਸਤਾ ਬੜਾ ਤਕੜਾ ਹੈ ਤੇ ਤੁਸੀਂ ਪ੍ਰਸ਼ਾਦਾ ਪਾਣੀ ਬਣਾ ਕੇ ਮਹਾਰਾਜ ਕੋਲ ਚਲੇ ਗਏ। ਅਜੇ ਵੀ ਅਸੀਂ ਕਾਫੀ ਦੂਰ ਸੀ। ਇਹ ਮਹਾਰਾਜ ਨੇ ਬਚਨ ਕਹਿਤਾ ਵੀ ਆ ਗਏ। ਇਸ ਕਰਕੇ ਫਿਰ ਮਹਾਰਾਜ ਨੇ ਕਲਾ ਵਰਤਾਤੀ, ਅਸੀਂ ਆ ਗਏ। ਇਹ ਤਾਂ ਬਹੁਤ ਦੂਰ ਸੀ। ਇਹ ਮਾਤਾ ਜੀ ਸਾਡੇ ਬਸ ਦੀ ਗੱਲ ਨਹੀਂ। ਜਿੱਥੇ ਸਤਿਗੁਰੂ ਰੱਖਦੇ ਉੱਥੇ ਅਸੀਂ ਰਹਿੰਦੇ, ਜਿੱਥੇ ਲਿਜਾਂਦੇ ਉੱਥੇ ਚਲੇ ਜਾਂਦੇ। ਇਹ ਸਭ ਉਹਨਾਂ ਦੀ ਕਲਾ। ਇਸ ਤਰ੍ਹਾਂ ਦੇ ਪ੍ਰਸੰਗ ਵੀ ਇਹ ਭਾਈ ਸਾਹਿਬ ਭਾਈ ਰਾਮ ਕੌਰ ਜੀ ਦੇ ਅੱਗੇ ਜਾ ਕੇ ਆ ਜਾਣੇ ਹਨ। ਕੁਝ ਅਨੈਤ ਖਾਸ ਸੂਬੇ ਦਾ ਪ੍ਰਸੰਗ ਵੀ ਇਹਨੇ ਪਰ ਕਰਨ ਲਈ ਭੇਜੇ ਸੀ ਸਿਪਾਹੀ, ਤੇ ਇਧਰ ਹੁਣ ਭਾਈ ਸਾਹਿਬ ਅੰਤਰਜਾਮੀ ਸੀ। ਇਹ ਨੌਕਰ ਚਾਕਰ ਜੇ ਪਿੱਛੇ ਸਭ ਜਿਹੜਾ ਕਰ ਰਹੇ ਆ, ਸਾਨੂੰ ਵੇਖਦੇ ਆ ਵੀ ਡਿੱਗਦੇ ਕਿ ਨਹੀਂ। ਇਹ ਡਿੱਗਣਾ ਡਿਗਾਉਣਾ ਕੀ ਆ ਦਿਖਾਉਣ ਵਾਸਤੇ ਫਿਰ ਘੋੜੀ ਨੂੰ ਦੜਾਤਾ ਪੂਰਾ। ਹਵਾ ਹੀ ਬਣ ਗਈ ਹੈ, ਹਵਾ ਨੂੰ ਪਿੱਛੇ ਛੱਡ ਕੇ ਮਿੱਟਾ ਘੱਟੇ ਉੱਡਦਾ, ਘੋੜੀ ਨਹੀਂ ਦੀਦੀ ਹੈ। ਬੜੀ ਦੂਰ ਜਾ ਕੇ ਫਿਰ ਖੜੀ ਕਰ ਲਈ। ਫਿਰ ਉਹਨਾਂ ਦੀ ਤਸੱਲੀ ਹੋ ਗਈ ਵੀ ਹਾਂ ਇਹ ਤਾਂ ਮੌਜ ਦੇ ਮਾਲਕ ਹੀ ਹੈ। ਬਾਦਸ਼ਾਹ ਸੂਬੇ ਨੂੰ ਦੱਸਿਆ ਵੀ ਉਹ ਤਾਂ ਘੋੜੀ ਪਹੁੰਚਾਤੀ, ਹਵਾ ਬਣਾਤੀ ਸੀ, ਮਿੱਟੀ ਘੱਟੇ ਹੀ ਉੱਡਦਾ ਸੀ, ਡਿਗਰਾ ਡੁਗਰਾ ਦਾ ਕਿਹੜਾ ਹੈ। ਫਿਰ ਹੋਰ ਉਹਦੀ ਸ਼ਰਧਾ ਵੱਧ ਗਈ ਹੈ। ਉਸੇ ਇਸ ਤਰ੍ਹਾਂ ਭਾਈ ਸਾਹਿਬ ਭਾਈ ਰਾਮ ਕੌਰ ਜੀ ਮਹਾਨ ਹੋਏ। ਉਹਨਾਂ ਦੀ ਕਥਾ ਕੱਲ ਆਪਾਂ ਕੁਝ ਸੁਣੀ ਸੀ, ਬਾਕੀ ਰਹਿੰਦੀ ਜਿਵੇਂ ਮਹਾਰਾਜ ਦੇ ਇਹਨਾਂ ਨੂੰ ਬਰੂ ਬਚਨ ਹੋਏ ਸੀ, ਹਮੇਸ਼ਾ ਦਰਸ਼ਨ ਦੇ ਸਾਰ ਸਾਡੇ ਤੁਹਾਨੂੰ ਹੋਇਆ ਕਰਨਗੇ। ਉਹ ਪ੍ਰਸੰਗ ਉਹਦਾ ਸੁਣੀਏ ਮਨ ਚਿਤ ਲਾ ਕੇ। ਰਾਮ ਕੋਇਰ ਇਸ ਭਾਂਤ ਕਵੀ ਪਾ। ਸੰਤੋਖ ਸਿੰਘ ਜੀ ਆਪਣੇ ਸਰੋਤਿਆਂ ਨੂੰ ਕਥਾ ਸੁਣਾਉਂਦੇ ਕਹਿੰਦੇ ਵੀ ਇਸ ਤਰ੍ਹਾਂ ਦਾ ਭਾਈ ਰਾਮ ਕੌਰ ਸਾਹਿਬ ਜੀ ਹੋਇਆ। ਢਿੱਗ ਦਸਵੇਂ ਪਾਤਸ਼ਾਹ। ਦਸਵੇਂ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸ ਬਹੁਤ ਵਾਰਤਾ ਤਬ ਕਰੀ। ਤਦੋਂ ਕਹਿੰਦੇ ਹੋ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਬਹੁਤ ਤਰ੍ਹਾਂ ਦੀ ਜਿਹੜੀ ਕਥਾ ਵਾਰਤਾ ਕੀਤੀ। ਆਗਾ ਸੁਣੀਐ ਤਾਂ ਉਹਨੇ ਮਹਾਰਾਜ ਦੀ ਕਥਾ ਵਾਰਤਾ ਕੀਤੀ, ਉਹ ਵੀ ਅੱਗੇ ਸੁਣ ਲਈਏ। ਚੌਪਈ ਇਸਕੀ ਕਹੀ ਕਿਤਕ ਗੁਰ ਕਥਾ। ਇਸ ਭਾਈ ਰਾਮ ਕੌਰ ਜੀ ਦੀ ਜਿਹੜੀ ਕਹੀ ਹੋਈ ਕਥਾ ਹੈ ਨਾ, ਉਹ ਵੀ ਮੈਂ ਕਹਾਂਗਾ। ਸਰਬ ਸੁਨਾਮ ਮਮ ਮਤ ਜਥਾ। ਇਸ ਤਰ੍ਹਾਂ ਦੀ ਮੇਰੀ ਮਤ ਬੱਧ ਹੈ, ਉਸੇ ਤਰ੍ਹਾਂ ਮੈਂ ਸੁਣਾਵਾਂਗਾ ਤੁਹਾਨੂੰ। ਮੰਨੀ ਸਿੰਘ ਭਏ ਬੁੱਧਵਾਨ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਮੇਂ ਦੇ ਵਿੱਚ ਹੀ ਭਾਈ ਮਨੀ ਸਿੰਘ ਜੀ ਵੀ ਚੰਗੇ ਬੁੱਧੀਵਾਨ ਹੋਏ। ਤਿਨਹੋ ਬਿਰਤੰਤ ਜੋ ਕੀਨ ਬਖਾਨ। ਉਹਨਾਂ ਨੇ ਜਿਹੜਾ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਤੇ ਹੋਰ ਸਿੱਖਾਂ ਦਾ ਜਿਹੜਾ ਪ੍ਰਸੰਗ ਕਥਨ ਕੀਤਾ ਹੈ, ਉਹ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਹੈ, ਜਿਹਦੇ ਵਿੱਚ ਭਾਈ ਗੁਰਦਾਸ ਦੀਆਂ 12 ਦਾ ਟੀਕਾ ਹੈ। ਸਿੱਖਾਂ ਦੇ ਪ੍ਰਸੰਗ ਕਹੇ ਨੇ, ਸਾਖੀਆਂ ਲਿਖੀਆਂ। ਇਸੇ ਤਰ੍ਹਾਂ ਜੋ ਗੁਰਬਿਲਾਸ ਪਾਤਸ਼ਾਹੀ ਛੇਵੀਂ ਹੈ, ਉਹ ਭਾਈ ਮਨੀ ਸਿੰਘ ਜੀ ਨੇ ਰਚਿਆ। ਕਹਿੰਦੇ ਕੋਈ ਕਹਿੰਦਾ ਉਹਦੇ ਵਿਦਿਆਰਥੀ ਨੇ ਰਚਿਆ ਦਾ ਉਹ ਵਿਚਾਰੇ। ਇਸ ਤਰ੍ਹਾਂ ਕਹਿੰਦੇ ਜਿਹੜਾ ਇਹ ਭਾਈ ਮਨੀ ਸਿੰਘ ਜੀ ਨੇ ਉਹ ਸਾਖੀਆਂ ਲਿਖੀਆਂ ਹਨ। ਇਸ ਸ਼ੁਭ ਗ੍ਰੰਥ ਵਿਖੇ ਮੈਂ ਕਹਾਂ। ਇਹ ਜਿਹੜਾ ਭਾਈ ਮਨੀ ਸਿੰਘ ਜੀ ਨੇ ਗ੍ਰੰਥ ਲਿਖਿਆ ਨਾ ਸਾਖੀਆਂ ਵਾਲਾ, ਉਹਦੇ ਵਿੱਚੋਂ ਵੀ ਮੈਂ ਕੁਝ ਕਹਾਂਗਾ। ਸ੍ਰੀ ਗੁਰ ਸੁਜਾਸ ਜਹਾਂ ਤੇ ਲਹਾਂ। ਸਵਾਏ ਮਾਨ ਗੁਰੂ ਮਹਾਰਾਜ ਦਾ ਸ੍ਰੇਸ਼ਟ ਰਸ, ਜਿੱਥੋਂ ਵੀ ਮੈਂ ਲਹੋ ਕਿ ਵੇਖਾਂਗਾ ਜਾਂ ਜਾਣਾ ਤਾਂ ਜਾਣਾਂਗਾ। ਤਹਿਤੇ ਕਰੋ ਬਟੋਰਨ ਸਾਰੇ। ਉੱਥੋਂ ਸਾਰੇ ਪੁਸਤਕਾਂ ਤੋਂ ਮੈਂ ਇਕੱਠਾ ਕਰਾਂਗਾ। ਕਿਤਕ ਸੁਣੀ ਸਿੱਖਨ ਮੁਖ ਦੁਆਰੇ। ਗੁਰੂ ਕੀ ਜਿਹੜੀ ਕਥਾ ਵਾਰਤਾ ਹੈ, ਜਿਹੜੇ ਗੁਰੂ ਕੇ ਸਿੱਖ ਹੈ, ਉਹਨਾਂ ਦੇ ਮੁਖ ਦੁਆਰਾ ਵੀ ਮੈਂ ਸੁਣੀ, ਉਹ ਵੀ ਆਖਾਂਗਾ। ਸੋ ਸਭ ਇਸ ਮੈਂ ਲਿਖਾਂ ਬਨਾਈ। ਇਹ ਇਸ ਉੱਤਾ ਜਿਹੜੀਆਂ ਸਾਰੀਆਂ ਸਿੰਘਾਂ ਦੇ ਮੁਖਾਂ ਦੁਆਰਾ ਸੁਣੀਆਂ,
ਉਹ ਸਾਖੀਆਂ, ਉਹ ਇਤਿਹਾਸ ਵੀ ਇਸ ਗ੍ਰੰਥ ਵਿੱਚ ਮੈਂ ਬਣਾ ਸਵਾਰ ਕੇ ਦਿਖਾਂਗਾ। ਛੰਦ ਬੰਦ ਕਰ ਸੁੰਦਰਤਾਈ, ਛੰਦਾਂ ਵਿੱਚ ਬੰਦ ਕਰਕੇ, ਐਨ ਛੰਦਾਂ ਵਿੱਚ ਗੁੰਥਨ ਕਰਕੇ ਬੜੇ ਸੁੰਦਰ ਢੰਗ ਨਾਲ। ਕਿਤ ਕਿਤ ਅਪਰ ਥਾਨ ਗੁਰ ਕਥਾ, ਇਸੇ ਤਰ੍ਹਾਂ ਕਿਤੇ ਕਿਤੇ ਹੋਰ ਥਾਵਾਂ ਵਿੱਚ ਵੀ ਗੁਰੂ ਕੀ ਕਥਾ ਹੈ। ਜਿਵੇਂ ਉਹ ਸਫ਼ਰ ਦੀਆਂ ਸਾਖੀਆਂ ਹਨ, ਗੁਰੂ ਕਾਸ਼ੀ ਦਮਦਮਾ ਸਾਹਿਬ ਪਈਆਂ, ਉਹਨਾਂ ਵਿੱਚ ਵੀ ਇਹ ਕੋਈ ਇਤਿਹਾਸ ਹੈਗਾ ਹੈ। ਸੋ ਮੈਂ ਰਚੂੰ ਦੇਖ ਹਾਂ ਜਥਾ, ਉਹ ਵੀ ਜਿਸ ਤਰ੍ਹਾਂ ਮੈਂ ਦੇਖਾਂਗਾ ਉਹ ਸਫ਼ਰ ਦੀਆਂ ਸਾਖੀਆਂ ਵਿੱਚ ਉਹ ਵੀ ਮੈਂ ਰਚਾਂਗਾ, ਉਹ ਵੀ ਕਵਿਤਾ ਵਿੱਚ ਮੈਂ ਇਤਿਹਾਸ ਬਣਾਵਾਂਗਾ। ਸ੍ਰੀ ਗੁਰ ਕੋ ਇਤਿਹਾਸ ਜਗਤ ਮਹਿ, ਕਿਉਂਕਿ ਸਰੋਤਾ ਜਨੋ ਸਤਿਗੁਰੂ ਸਾਹਿਬ ਜੀ ਦਾ ਜਿਹੜਾ ਇਤਿਹਾਸ ਹੈ ਉਹ ਸੰਸਾਰ ਦੇ ਵਿੱਚ ਰਲ ਮਿਲ ਰਹਿਓ ਏਕ ਥਲ ਸਭ ਨਹਿ, ਇਹਦੇ ਰਲ ਮਿਲ ਰਿਹਾ ਹੈ, ਕੋਈ ਕਿਤੇ ਹੈ ਕੋਈ ਕਿਤੇ ਹੈ, ਕਿਉਂਕਿ ਗੁਰੂ ਮਹਾਰਾਜ ਬਹੁਤ ਥਾਵਾਂ ਵਿੱਚ ਗਏ, ਇਸ ਕਰਕੇ ਇੱਕ ਥਾਂ ਤਾਂ ਹੈ ਨਹੀਂ ਹੈ। ਜਿਮ ਸਿਕਤਾ ਜੁੜ ਕੇ ਜਿਹੜੀਆਂ ਸੋਨੇ ਦੀਆਂ ਉਹ ਘੜੀਆਂ ਜੀਆਂ ਹੁੰਦਾ ਹੈ, ਉਹਨਾਂ ਨੂੰ ਕਹਿੰਦੇ ਉਹ ਚੰਗੀ ਤਰ੍ਹਾਂ ਡਾਮਲਾ ਕਰ ਲੈਂਦਾ, ਨਿਆਰੀਆਂ ਕਰ ਲੈਂਦਾ, ਵੱਖਰੀਆਂ ਕੱਢ ਲੈਂਦਾ ਹੈ। ਜਿਹੜਾ ਕੋਈ ਉਹ ਸੋਨੇ ਦੀਆਂ ਕੜੀਆਂ ਜੀਆਂ ਚੁਣਨ ਵਾਲਾ ਹੋਵੇ, ਵੱਖਰੀਆਂ ਕੱਢਣ ਵਾਲਾ, ਉਹਨੂੰ ਵੀ ਡਾਮਲਾ ਕਹਿ ਦਿੰਦੇ ਹੈ। ਡਾਮਲਾ ਦਾ ਅਰਥ ਹੀ ਨਿਆਰੀਆਂ ਕਰਨੀਆਂ, ਵੱਖਰੀਆਂ ਕਰਨੀਆਂ। ਜਿਵੇਂ ਕਹਿੰਦੇ ਸਿਆਣਾ ਸਨਵਾਰ ਉਹ ਸਵਾਹ ਦੇ ਵਿੱਚ ਜਿਹੜੀ ਕੋ ਸੋਨਾ ਜਿਹਾ ਲੜਿਆ ਹੁੰਦਾ ਹੈ, ਹੁਣ ਚੁਣ ਚੁਣ ਕੇ ਉਹਨੂੰ ਕਹਿੰਦੇ ਚੰਗੀ ਤਰ੍ਹਾਂ ਡਾਮਲਾ ਕਰ ਲੈਂਦਾ, ਵੱਖਰੀਆਂ ਨਿਆਰੀਆਂ ਕਰ ਲੈਂਦਾ ਉਹ ਕੜੀਆਂ ਨੂੰ। ਤਥਾ ਜਗਤ ਤੇ ਮੈਂ ਚੁਣ ਲਿਓ, ਇਸੇ ਤਰ੍ਹਾਂ ਸਤਿਗੁਰੂ ਸਾਹਿਬ ਜੀ ਦਾ ਜਿਹੜਾ ਇਤਿਹਾਸ ਹੈ ਸੋਨੇ ਵਰਗਾ ਹੈ, ਸੰਸਾਰ ਦੇ ਵਿੱਚ ਕਦੇ ਖਿਲਰਿਆ ਪਿਆ, ਮੈਂ ਵੀ ਇਹਨੂੰ ਇਕੱਠਾ ਕਰ ਲਾਂਗਾ। ਕਥਾ ਸਮਤ ਸਤ ਐਸੋ ਲਿਖ ਕਰ ਦਿਓ, ਸਮਸਤ ਸੋ ਲਿਖ ਕਰ ਦਿਓ। ਸਾਰੀ ਜਿਹੜੀ ਕਥਾ ਮੈਂ ਇੱਥੇ ਕਦੇ ਉਹ ਪੂਰੀ ਲਿਖ ਦਿਆਂਗਾ। ਬਾਣੀ ਸਫਲ ਕਰਨ ਕੇ ਕਾਰਨ, ਆਪਣੀ ਜਿਹੜੀ ਬਾਣੀ ਕਵਿਤਾ ਹੈ ਜਾਂ ਆਪਣੀ ਜਿਹੜੀ ਜ਼ਬਾਨ ਇਹਨੂੰ ਸਫਲ ਕਰਨ ਵਾਸਤੇ ਕਰਹਾਂ ਸਤਿਗੁਰ ਸੁਜਸ ਉਚਾਰਨ, ਸਰੋਤਾ ਜਨੋ ਸਤਿਗੁਰੂ ਦਾ ਸ੍ਰੇਸ਼ਟ ਜਸ ਮੈਂ ਉਚਾਰਨ ਕਰਾਂਗਾ। ਜਿਮ ਦਦ ਵਿਖੈ ਕ੍ਰਿਤ ਮਿਲ ਰਹਾ, ਜਿਵੇਂ ਕਹਿੰਦੇ ਦੁੱਧ ਦਹੀਂ ਦੇ ਵਿੱਚ ਜਿਹੜਾ ਘਿਓ ਹੈ ਮਿਲ ਰਹਿੰਦਾ ਹੈ, ਕਰਹਿ ਮਥਨ ਨੀਕੇ ਸ਼ੁਭ ਲਹੈ, ਜਿਹੜਾ ਵੀ ਉਹ ਦੁੱਧ ਦਹੀਂ ਨੂੰ ਰਿੜਕਦਾ ਹੈ ਉਹ ਚੰਗੀ ਤਰ੍ਹਾਂ ਉਹਦੇ ਵਿੱਚੋਂ ਜਿਹੜਾ ਸੋਹਣਾ ਮੱਖਣ ਘਿਓ ਲੈ ਲੈਂਦਾ ਹੈ। ਤਿਮ ਜਗ ਮਹਿ ਕਰ ਬਾਦ ਵਿਵਾਦੂ, ਇਸੇ ਤਰ੍ਹਾਂ ਸੰਸਾਰ ਦੇ ਵਿੱਚ ਕਹਿੰਦੇ ਜਿਹੜਾ ਕੋਈ ਗੁਰੂ ਕਾ ਇਤਿਹਾਸ ਦੁੱਧ ਦਹੀਂ ਵਰਗਾ ਹੈ, ਇਹਦਾ ਕਹਿੰਦੇ ਬਾਦ ਕਰਕੇ ਚੰਗੀ ਤਰ੍ਹਾਂ ਨਿਰਣਾ ਕਰਕੇ ਵਿਸਥਾਰ ਸਹਿਤ ਮੈਂ ਕਥਨ ਕਰਾਂਗਾ। ਤੇ ਇਸੇ ਤਰ੍ਹਾਂ ਕਹਿੰਦੇ ਜਿਹੜਾ ਕੋਈ ਵਿਵਾਦ ਹੈ, ਦੂਜੇ ਵਿਰੋਧੀ ਲੋਕ ਉਹਨਾਂ ਨੇ ਮਹਾਰਾਜ ਦੇ ਸੰਬੰਧ ਵਿੱਚ ਕੋਈ ਐਸੇ ਉਲਟੇ ਪੁਲਟੇ ਲਫ਼ਜ਼ ਲਿਖੇ ਹੈ, ਤੇ ਹੁਣ ਵੀ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੰਬੰਧ ਵਿੱਚ ਕਿ ਹਿੰਦੂ ਲੋਕ ਹੀ ਉਹ ਪੁੱਠਾ ਸਿੱਧਾ ਬੋਲੀ ਜਾਂਦੇ। ਇਸ ਤਰ੍ਹਾਂ ਕਹਿੰਦੇ ਉਹਨਾਂ ਦਾ ਵਿਸਥਾਰ ਸਿਰ ਚੰਗੀ ਤਰ੍ਹਾਂ ਖੰਡਨ ਕਰਕੇ ਮੈਂ ਲਿਖਾਂਗਾ। ਗੁਰ ਜਸ ਸੰਚਾਂ ਦੇ ਅਹਲਾਦੂ, ਜੋ ਬੜਾ ਆਨੰਦ ਖੁਸ਼ੀਆਂ ਦੇਣ ਵਾਲਾ ਗੁਰੂ ਕਾ ਜਸ ਹੈ ਉਹ ਮੈਂ ਚੁਣ ਚੁਣ ਕੇ ਇਕੱਠਾ ਕਰਾਂਗਾ। ਜਥਾ ਉਦਦ ਮਥ ਰਤਨ ਨਿਕਾਸੇ, ਇਸ ਤਰ੍ਹਾਂ ਕਹਿੰਦੇ ਜਿਹੜਾ ਖੀਰ ਸਮੁੰਦਰ ਹੈ ਉਹਨੂੰ ਰੇੜੇ ਕਰਕੇ 14 ਰਤਨ ਕੱਢੇ ਗਏ ਸਨ। ਵਹਿਰ ਭਏ ਜਗ ਮਹਿਦ ਪ੍ਰਕਾਸ਼ੇ, ਕਹਿੰਦੇ ਉਹ ਸੰਸਾਰ ਦੇ ਵਿੱਚ ਬੜੇ ਭਾਰੀ ਕਹਿੰਦੇ ਉਹ ਪ੍ਰਗਟ ਹੋਏ, ਖੀਰ ਸਮੁੰਦਰ ਤੋਂ ਬਾਹਰ ਹੋਏ ਸਨ, ਕੱਢੇ ਗਏ ਸਨ। ਤਿਮ ਸਤਿਗੁਰ ਕੋ ਸੁਜਸ ਨਿਕਾਸਾਂ, ਇਸ ਤਰ੍ਹਾਂ ਜਿਹੜਾ ਸੰਸਾਰ ਹੈ ਇਹ ਹੈ ਸਮੁੰਦਰ ਵਾਂਗ, ਇਹਦੇ ਵਿੱਚੋਂ ਮੈਂ ਚੁਣ ਚੁਣ ਕੇ
ਸਤਿਗੁਰੂ ਦਾ ਸੇਸ ਜਸ ਕੱਢ ਲਵਾਂਗਾ ਰਤਨਾ ਵਾਂਗ। ਸਭ ਤੇ ਸੁਨ ਇੱਕ ਥਾਨ ਪ੍ਰਕਾਸ਼ਾਂ, ਸਾਰੇ ਥਾਵਾਂ ਤੋਂ ਸੁਣ ਕੇ ਫਿਰ ਇੱਕ ਥਾਂ ਤੇ ਪ੍ਰਕਾਸ਼ ਕਰਾਂ, ਇੱਕ ਥਾਂ ਲਿਖ ਦੇਵਾਂਗਾ। ਪੂਰਬ ਮੈਂ ਸ੍ਰੀ ਨਾਨਕ ਕਥਾ, ਇਹ ਸਰੋਤਾ ਜਨੋ ਸਭ ਤੋਂ ਪਹਿਲਾਂ ਜੋ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਹੈ, ਛੰਦਨ ਵਿਖੈ ਰਚੀ ਮਤ ਜਥਾ। ਉਹ ਤੁਸੀਂ ਜਾਣਦੇ ਹੋ, ਸੁਣੀ ਹੈ, ਛੰਦਾਂ ਦੇ ਵਿੱਚ ਮੈਂ ਰਚੀ ਹੈ, ਬਣਾਈ, ਜਿਸ ਤਰ੍ਹਾਂ ਮੇਰੀ ਅਕਲ ਬੁੱਧ ਹੈ ਸੀ। ਰਹਿਓ ਚਹਿਤੋ ਗਰਨ ਬਿਰਤਾਂਤ, ਗੁਰਨ ਬਿਰਤਾਂਤ, ਇਸ ਤਰ੍ਹਾਂ ਵੀ ਬਾਕੀ ਸਤਿਗੁਰਾਂ ਦਾ ਜਿਹੜਾ ਬਿਰਤਾਂਤ ਹੈ, ਪ੍ਰਸੰਗ ਹੈ, ਉਹ ਚਾਹੁੰਦਾ ਰਿਹਾ ਵੀ ਇੱਕ ਥਾਂ ਮੈਨੂੰ ਸਾਰਾ ਸਤਿਗੁਰੂ ਦਾ ਪ੍ਰਸੰਗ ਮਿਲ ਜਾਏ। ਨਹਿ ਪਾਇਓ ਤਿਸ ਤੇ ਪਛਚਾਤ, ਕਹਿੰਦੇ ਜਦੋਂ ਮੈਂ ਨਾਨਕ ਪ੍ਰਕਾਸ਼ ਪੂਰਾ ਕਰ ਦਿੱਤਾ, ਉਦੋਂ ਬਾਅਦ ਵਿੱਚ ਫਿਰ ਇਹ ਸਤਿਗੁਰੂ ਦਾ ਇਤਿਹਾਸ ਮੈਂ ਪਾ ਨਾ ਸਕਿਆ, ਮੈਨੂੰ ਲੱਭਿਆ ਨਾ। ਪਰਾ ਲਬਦ ਕਰ ਕਿਤ ਕਿਤ ਰਹੇ, ਬਾਕੀ ਵੀ ਸਰੋਤਾ ਜਨੋ ਆਪਣੀ ਪਰਾਲਬਦ ਅਨੁਸਾਰ, ਕਿਸਮ ਅਨੁਸਾਰ, ਕਦੇ ਕਿਤੇ 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 ਇੱਕ ਥਾਂ ਨਹੀਂ ਟਿਕੇ। ਜਿਤ ਮਹਿ ਗੁਰ ਜਸ ਰਚਬੋ ਚਾਹੇ, ਪਰ ਚਿੱਤ ਵਿੱਚ ਗੁਰੂ ਦਾ ਜਿਹੜਾ ਜਸ ਹੈ, ਉਹ ਰਚਨ ਵਿੱਚ ਹੀ ਅਸੀਂ ਰਚਨਾ ਚਾਹੁੰਦੇ ਰਹੇ ਵੀ ਵਿਜੇ ਇਤਿਹਾਸ ਕਿਤੋਂ ਮਿਲ ਜਾਏ ਤੇ ਛੰਦਾਬੰਦੀ ਵਿੱਚ ਇਹਨੂੰ ਲਿਖ ਦਈਏ, ਬਣਾ ਦਈਏ। ਕਰਮ ਕਾਲ ਤੇ ਕੈਂਥਲ ਆਏ, ਇਹ ਸਰੋਤਾ ਜਨੋ ਕੋਈ ਚੰਗਾ ਕਰਮ ਸੀ, ਕੋਈ ਐਸਾ ਸਮਾਂ ਸੀ ਜਿਸ ਕਰਕੇ ਅਸੀਂ ਕੈਂਥਲ ਦੇ ਰਾਜੇ ਉਦੈ ਸਿੰਘ ਕੋਲੇ ਆ ਗਏ। ਸਿੱਧ ਹੋਏ ਜਪਜੀ ਅਰਥ ਬਣਾਏ, ਜਿਹੜੇ ਇਸ ਤਰ੍ਹਾਂ ਕਹਿੰਦੇ ਉਦੈ ਸਿੰਘ ਕੋਲੋਂ ਕੈਂਥਲ ਵਿੱਚੋਂ ਇਸਤਤ ਹੋ ਗਏ, ਜਪਜੀ ਸਾਹਿਬ ਦੇ ਸੋਹਣੇ ਅਰਥ ਬਣਾਏ, ਸੋਹਣਾ ਟੀਕਾ ਕੀਤਾ। ਕਿਸੇ ਪੰਡਤ ਨੇ ਕਵੀ ਸੰਤੋਖ ਸਿੰਘ ਜੀ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਬਾਣੀ ਹੈ, ਉਹਦੇ ਵਿੱਚ ਅਲੰਕਾਰ ਤਾਂ ਕੋਈ ਹੈ ਨਹੀਂ, ਐਵੇਂ ਸਿੱਧੀ ਸਾਦੀ ਜੀ ਹੈ। ਫਿਰ ਉਹਦਾ ਮਾਣ ਤੋੜਨ ਵਾਸਤੇ ਭਾਈ ਸਾਹਿਬ ਜੀ ਨੇ ਜਪਜੀ ਸਾਹਿਬ ਦਾ ਟੀਕਾ ਲਿਖਿਆ, ਜਿਸ ਦਾ ਨਾਮ ਫਿਰ ਗਰਵਗੰਜੀ ਨਹੀਂ ਲਿਖਿਆ, ਵੀ ਹੰਕਾਰ ਜਿਹੜਾ ਉਹ ਦੂਰ ਹੋ ਜਾਏ। ਜਿੰਨੇ ਉਹਦੇ ਵਿੱਚ ਅਲੰਕਾਰ ਹੈ ਔਰ ਜਿਹੜੇ ਛੰਦ ਦੇ ਬਸ ਹਾਦੀ ਕਵੀਰੀ ਨਹੀਂ ਕੀਤੀ ਪਈ ਹੈ। ਬੜੇ ਮੋਟੇ ਨੂੰ ਤਾਂ ਉਹਦਾ ਪਤਾ ਹੀ ਨਹੀਂ ਚੱਲਦਾ ਵੀ ਕਵੀਰੀ ਨੇ ਲਿਖਿਆ ਵੀ ਕੀ ਹੈ। ਬਹੁਤ ਸੂਖਮ ਡੂੰਘਾਈ ਵਿੱਚ ਗਏ ਆ, ਬਰੀਕੀ ਵਿੱਚ ਗਏ ਆ, ਉਹ ਟੀਕੇ ਵਿੱਚ। ਤੇ ਬਾਕੀ ਜਿਹੜੀ ਭਾਸ਼ਾ ਹੈ ਉਹ ਵੀ ਵਿਦਵਾਨਾਂ ਵਾਲੀ ਕਵੀ ਜੀ ਨੇ ਉੱਥੇ ਵਰਤੀ ਹੈ, ਜਿਵੇਂ ਅਗਰਤੀ ਪ੍ਰਭਾਕਰ ਵਿੱਚ ਨਿਚਲ ਦਾਸ ਜੀ ਨੇ ਵਿਦਵਾਨਾਂ ਦੀ ਭਾਸ਼ਾ ਵਰਤੀ ਹੈ। ਮੇਰਾ ਉਸਤਾਦ ਤੋਂ ਦੱਸਿਆ ਉਹਦੇ ਅਰਥਾਂ ਦਾ ਪਤਾ ਨਹੀਂ ਲੱਗਦਾ ਹੈ। ਕਿਤੇ ਲਿਖਿਆ ਤਿਰੋਧਨ ਹੋ ਗਏ ਜੀ, ਤਿਰੋਧਨ ਦਾ ਕੀ ਅਰਥ ਲੱਗਦਾ? ਜਿਵੇਂ ਮਾਤਰ ਜੀ ਦਾ ਨਾਂ ਪੜੂਗਾ ਕਿਤੋਂ, ਐਸਾ ਗੱਲ ਤਾਂ ਕੁਛ ਨਹੀਂ ਵੀ ਅਲੋਪ ਹੋ ਗਏ, ਗੁਪਤ ਹੋ ਗਏ। ਪਰ ਵਿਦਵਾਨਾਂ ਦੀ ਉਹ ਭਾਸ਼ਾ ਵੀ ਉਹ ਤਿਰੋਧਨ ਹੋ ਗਏ। ਇਸ ਤਰ੍ਹਾਂ ਦੇ ਉਹ ਜਗਜੀਤ ਦੇ ਵੀ ਲਫ਼ਜ਼ ਭਾਈ ਸਾਹਿਬ ਨੇ ਲਿਖੇ, ਜਿਹਦਾ ਛੇਤੀ ਛੇਤੀ ਸਮਝਾਇਆ ਤਾਂ ਉਹਦਾ ਪਤਾ ਨਹੀਂ ਚੱਲਦਾ ਵੀ ਇਹਦਾ ਕੀ ਆ। ਆ ਜਿਹੜਾ ਲਫ਼ਜ਼ ਲਿਖਿਆ ਇਹਦਾ ਮਹਿਨਾ ਕੀ ਹੈ। ਬਹੁਤ ਗੂੜਤਾ ਵਿੱਚੋਂ ਟੀਕਾ ਲਿਖਿਆ, ਪੜ੍ਹਨ ਯੋਗ ਹੈ। ਸੁਣ ਸੁਣ ਕੇ ਪੜ੍ਹ ਕੇ ਮਨੁੱਖ ਅਚਰਜ ਹੀ ਰਹਿ ਜਾਂਦਾ, ਵੀ ਪਤਾ ਚੱਲ ਜਾਂਦਾ ਵੀ ਕਵੀ ਸੰਤੋਖ ਸਿੰਘ ਜੀ ਕਿੰਨੇ ਮਹਾਨ ਵਿਦਵਾਨ ਸਨ। ਇਹ ਖਾਲਸਾ ਸਮਾਚਾਰ ਵਾਲਿਆਂ ਨੇ ਪਹਿਲਾਂ ਛਾਪਿਆ ਸੀ, ਹੁਣ ਸ਼ਾਇਦ ਉਹ ਦਿੱਲੀ ਵਾਲੇ ਜਿਹੜੇ ਡਾਕਟਰ ਵੀਰ ਸਿੰਘ ਸਦਰ ਬਣਿਆ ਉਹਨਾਂ ਨੇ ਛਾਪਿਆ ਹੋਇਆ, ਉੱਥੋਂ ਮਿਲ ਜਾਂਦਾ ਹੈ। ਇਸ ਤਰ੍ਹਾਂ ਇਹ ਜਪਜੀ ਦੇ ਅਰਥ ਕਹਿੰਦੇ ਉੱਥੇ ਅਸੀਂ ਬੈਠ ਕੇ ਕੈਂਥਲ ਵਿੱਚ ਬਣਾਏ। ਉਨ ਸੰਜੋਗ ਹੋਏ ਅਸ ਗਇਓ, ਫਿਰ ਕਹਿੰਦੇ ਇਸ ਤਰ੍ਹਾਂ ਕਰਮਾਂ ਦਾ ਸੰਜੋਗ ਇਸ ਤਰ੍ਹਾਂ ਹੋ ਗਿਆ। ਰਾਮ ਚਰਿਤ ਕੋ ਮਨ ਹੁਲਸਾਇਓ, ਬੰਦੇ ਵਿੱਚ ਉਤਸ਼ਾਹ ਜਿਹਾ ਆਇਆ ਵੀ ਚਲੋ ਵਿਹਲੇ ਕਾਹਨੂੰ ਬਹਿਣਾ ਹੈ। ਇਹ ਜਿਹੜਾ ਰਾਮ ਚੰਦਰ ਜੀ ਦੇ ਚਰਿੱਤਰ ਹੈ ਉਹੀ ਛੰਦਾਂ ਵਿੱਚ ਕਰਦੇ ਹੀ ਹੈ। ਵਾਲਮੀਕ ਕ੍ਰਿਤ ਕਥਾ ਸੁਣੀ ਜਬ, ਵਾਲਮੀਕ ਦੀ ਕੀਤੀ ਹੋਈ ਜਿਹੜੀ ਕਥਾ ਜਦੋਂ ਅਸੀਂ ਵਾਰਤਾ ਰੂਪ ਵਿੱਚ ਸੁਣ ਲਈ, ਛੰਦਨ ਵਿਖੇ
ਰਚੀ ਤਬ ਹਮ ਸਭ। ਜਦੋਂ ਕਹਿੰਦੇ ਉਹ ਸਾਰੀ ਵਾਲਮੀਕੀ ਜਿਹੜੀ ਰਮਾਇਣ ਦੀ ਕਥਾ ਛੰਦਾਬੰਦੀ ਵਿੱਚ ਅਸੀਂ ਰਚ ਦਿੱਤੀ ਤੇ ਲਿਖ ਦਿੱਤੀ। ਰਾਮ ਕਥਾ ਪਾਵਨ ਵਿਸਤਾਰੀ। ਇਸ ਤਰ੍ਹਾਂ ਰਾਮ ਜੀ ਦੀ ਜਿਹੜੀ ਕਥਾ ਉਹ ਪਵਿੱਤਰ ਅਸੀਂ ਫੈਲਾਈ ਰਮਾਇਣ ਬਣਾ ਕੇ। ਸੁਨ ਸਭ ਨੀਕੀ ਰੀਤ ਉਤਾਰੀ। ਸੁਣ ਕੇ ਸਭ ਤਰ੍ਹਾਂ ਕਰਕੇ ਚੰਗੀ ਰੀਤੀ ਦੇ ਨਾਲ ਉਹਦਾ ਉਤਾਰਾ ਕੀਤਾ, ਲੱਥਾ ਕੀਤਾ। ਸੁੰਦਰ ਬਣਿਓ ਰਮਾਇਣ ਮਹਾ। ਇਸ ਤਰ੍ਹਾਂ ਵੀ ਸੁੰਦਰ ਸਿੰਘੋ ਜਿਹੜਾ ਇਹ ਰਮਾਇਣ ਹੈ ਸੋਹਣਾ ਬਣ ਗਿਆ ਛੰਦਾਬੰਦੀ ਵਿੱਚ। ਤਤ ਛਿਨ ਲਿਖ ਲੀਨਸ ਜਿਹ ਕਹਾ। ਬੜੀ ਛੇਤੀ ਜਿੱਥੇ ਕਿਥੇ ਹੈ ਸੀ ਉਹ ਪ੍ਰਸੰਗ ਅਸੀਂ ਲਿਖ ਲਿਆ ਉਸਨੂੰ। ਪੁਨ ਵਿਦਾਂਤ ਕੋ ਗ੍ਰੰਥ ਮਹਾਨ। ਫਿਰ ਵੇਖ ਵਿਦਾਂਤ ਦਾ ਜਿਹੜਾ ਮਹਾਨ ਗ੍ਰੰਥ ਹੈ। ਉਪਨਿਸ਼ ਧਨ ਕੋ ਜਹ ਬਖਿਆਨ। ਇਹਦੇ ਵਿੱਚ ਕਹਿੰਦੇ ਜਿਹੜੀਆਂ ਉਪਨਿਸ਼ਦਾਂ ਹਨ ਉਹਦਾ ਹੀ ਜ਼ਿਆਦਾ ਕਥਨ ਹੈ, ਜ਼ਿਆਦਾ ਉਪਨਿਸ਼ਦਾਂ ਦਾ ਹੀ ਅੱਗੇ ਤੋਂ ਅੱਗੇ ਵਿਖਿਆਨ ਹੈ। ਉਹ 10 ਉਪਨਿਸ਼ਦਾਂ ਦਾ ਅਵਲਥਾ ਹੈ, ਉਹਦਾ ਨਾਮ ਹੈ ਆਤਮ ਪੁਰਾਣ। ਉਹ ਤਾਂ ਸਾਰੀਆਂ 170 ਉਪਨਿਸ਼ਦਾਂ ਹੈ। ਇਹਦੇ ਵਿੱਚੋਂ 10 ਉਪਨਿਸ਼ਦਾਂ ਦਾ ਜਿਹੜਾ ਇਹ ਉਲੱਥਾ ਕੀਤਾ ਭਾਈ ਸਾਹਿਬ ਨੇ। ਉਸ 10 ਉਪਨਿਸ਼ਦਾਂ ਦਾ ਜਿਹੜਾ ਪੁਸਤਕ ਦਾ ਨਾਮ ਆਤਮ ਪੁਰਾਣ ਹੈ। ਉਹ ਅੱਗੇ ਲਿਖੀ ਰਹੇ ਹਨ। ਆਤਮ ਕੋ ਪੁਰਾਣ ਜਿਸ ਨਾਮ। ਕਹਿੰਦੇ ਉਹ ਵਿਧਾਨ ਦਾ ਗ੍ਰੰਥ ਸੀ ਜਿਹਦੇ ਵਿੱਚ ਉਪਨਿਸ਼ਦਾਂ ਦਾ ਕਥਨ ਕੀਤਾ। 10 ਉਪਨਿਸ਼ਦਾਂ ਦੇ ਸੰਬੰਧੀ ਉਹ ਸਾਰਾ ਕੁਝ ਲਿਖਿਆ, ਜਿਸ ਪੁਸਤਕ ਦਾ ਨਾਮ ਆਤਮ ਪੁਰਾਣ ਹੈ ਸੀ। ਸਕਲ ਬਨਾਇਓ ਸੋ ਅਬਿਰਾਮ। ਕਹਿੰਦੇ ਉਹ ਵੀ ਅਸੀਂ ਸੋਹਣੇ ਢੰਗ ਨਾਲ ਬਣਾਇਆ, ਜਾਨੀ ਆਤਮ ਪੁਰਾਣ ਦਾ ਛੰਦਾਬੰਦੀ ਵਿੱਚ ਹੀ ਉਲੱਥਾ ਕਰ ਦਿੱਤਾ। ਬਹੁਤ ਬਰਖ ਬੀਤੇ ਜਬ ਲਹੇ। ਕਹਿੰਦੇ ਜਦੋਂ ਬਹੁਤ ਸਾਲ ਬੀਤ ਕੇ ਲੰਘੇ ਅਸੀਂ ਵੇਖਿਆ ਵੀ ਕੋਈ ਗੱਲ ਨਹੀਂ ਬਣਦੀ ਹੈ। 19 ਸਾਲ ਲੰਘੇ ਸਨਾਪ ਜੀ ਨੂੰ ਗੁਰੂ ਕਾ ਇਤਿਹਾਸ ਖੋਜਦੀਆਂ ਲੱਭਦੀਆਂ ਲਵਾਉਂਦੇ ਆ। ਗੁਰ ਜਸ ਰਚਨ ਚਾਹਤੇ ਰਹੇ। ਗੁਰੂ ਮਹਾਰਾਜ ਦਾ ਜਸ ਰਚੀਏ ਉਹ ਮਨ ਵਿੱਚ ਆਉਂਦੇ ਰਹੇ। ਔਰ ਅਬਿਲਾਖਾ ਨਿਤ ਕੀ ਮੇਰੀ। ਇਹ ਸਰੋਤਾ ਜਦੋਂ ਸਾਡੇ ਹਿਰਦੇ ਦੀ ਇਹ ਹਮੇਸ਼ਾ ਉਲਾਸਾ ਸੀ, ਚਾਹਨਾ ਸੀ, ਖਾਹਿਸ਼ ਸੀ। ਸਤਿਗੁਰ ਕਿਰਪਾ ਦ੍ਰਿਸ਼ਟ ਕਰ ਹੇਰੀ। ਫਿਰ ਕਹਿੰਦੇ ਸਤਿਗੁਰੂ ਨੇ ਕਿਰਪਾ ਦੀ ਨਿਗਾਹ ਨਾਲ ਸਾਡੇ ਵੱਲੀ ਵੇਖਿਆ। ਭਇਓ ਅਚਾਨਕ ਸੰਚੈ ਆਈ। ਇਸ ਤਰ੍ਹਾਂ ਕਹਿੰਦੇ ਜਿਹੜਾ ਇਹ ਗੁਰੂ ਕੇ ਇਤਿਹਾਸ ਦਾ ਕਹਿੰਦੇ ਸੰਚਾ ਸੀ ਉਹ ਚੰਚੇਤ ਹੀ ਸਾਡੇ ਹੱਥ ਵਿੱਚ ਆ ਗਿਆ। ਉਹ ਗੱਲ ਆ ਬਣੀ ਸੀ ਕਿ ਜਿਹੜਾ ਕੈਂਥਲ ਦਾ ਰਾਜਾ ਸੀ ਇਹਦੇ ਰਾਹੀਂ ਉਹ ਜਿਹੜੀ ਪਟਿਆਲੇ ਵਾਲੀ ਬੀਬੀ ਪ੍ਰਧਾਨ ਕੌਰ ਸੀ, ਜੋ ਭਾਈ ਰਾਮ ਕੌਰ ਜੀ ਦੇ ਉਹ ਪੁੱਤਰ ਬੋਧ ਸਿੰਘ ਨੂੰ ਜਾਂ ਐਸਾ ਵੀ ਕਾਨ ਸਿੰਘ ਵੀ ਪੋਤਰਾ ਉਹਨੂੰ ਵਿਵਾਹੀ ਹੋਈ ਸੀ। ਰਾਜੇ ਕੈਂਥਲ ਦੇ ਨੇ ਉਹ ਪਟਿਆਲੇ ਵਾਲੇ ਰਾਜੇ ਆਲਾ ਸਿੰਘ ਨੂੰ ਕਿਹਾ। ਉਸਨੇ ਕਿਹਾ ਵੀ ਇਹ ਤਾਂ ਬੀਬੀ ਦੇ ਕੋਲ ਹੈ ਸਾਰਾ, ਕਿਉਂਕਿ ਬੀਬੀ ਪ੍ਰਧਾਨ ਕੌਰ ਤਕੜੀ ਵਿਦਵਾਨ ਹੋਈ ਹੈ, ਬਹੁਤ ਸਿਆਣੀ ਸੀ। ਤੇ ਜਦੋਂ ਇਹਦਾ ਪਤਾ ਕਿਤੇ ਚੜ੍ਹਾਈ ਕਰ ਗਿਆ ਸੀ, ਫਿਰ ਵਿਰਾਗ ਅਵਸਥਾ ਵਿੱਚ ਆ ਗਈ ਸੀ। ਫਿਰ ਇਹ ਬੰਦਾਲੇ ਗਾਂਧਾ ਸਿੰਘ ਦਾ ਬੜਾ ਤਕੜਾ ਡੇਰਾ, ਇੱਥੇ ਹੀ ਰਹੀ ਸਾਰੀ ਜ਼ਿੰਦਗੀ। ਇੱਥੇ ਫਿਰ ਹੁਣ ਹੋਰ ਵਿਧਾਨ ਦੀਆਂ ਪੁਸਤਕਾਂ ਪੜ੍ਹੀਆਂ ਤੇ ਜਿਹੜਾ ਕੋਈ ਇਹਨੂੰ ਹਿੱਸਾ ਆਉਂਦਾ ਸੀ ਸਾਰਾ ਫਿਰ ਉਹ ਡੇਰੇ ਦੇ ਨਾਲ ਹੀ ਇਹ ਬੀਬੀ ਨੇ ਚੜਾ ਦਿੱਤਾ ਸੀ। ਇਸ ਕਰਕੇ ਰਿਆਸਤੀ ਡੇਰਾ ਬਣਦਾ। ਕਈ ਥਾਵਾਂ ਤੇ ਇਸ ਦੀ ਜ਼ਮੀਨ ਜਾਇਦਾਦ ਤਕਰੀਬਨ 2500 ਮਰਬਾ ਹੋਣਾ ਹੈ, ਜਿਹਦੇ ਵਿੱਚ ਉਹ ਡੇਰੇ ਵਾਲਿਆਂ ਨੇ 500 ਏਕੜ ਰੱਖਿਆ, ਬਾਕੀ ਇਹ ਲਾਣੇ ਨੂੰ ਦੇ ਦਿੱਤਾ ਵੀ ਸੰਭਾਲੋ ਤੁਸੀਂ। ਇਸ ਤਰ੍ਹਾਂ ਕਹਿੰਦੇ ਉਹ ਕੈਂਥਲ ਦੇ ਰਾਜੇ ਰਾਹੀਂ ਆਲਾ ਸਿੰਘ ਨੂੰ ਕਿਹਾ। ਆਲਾ ਸਿੰਘ ਨੇ ਆਪਣੀ ਸੁਪੁੱਤਰੀ ਬੀਬੀ ਪ੍ਰਧਾਨ ਕੌਰ ਨੂੰ ਕਿਹਾ। ਉਹਨੇ ਫਿਰ ਸਾਰਾ ਜਿਹੜਾ ਇਹ ਭਾਈ ਰਾਮ ਕੌਰ ਜੀ ਦਾ ਲਿਖਿਆ ਹੋਇਆ ਇਤਿਹਾਸੀ ਵਾਰਤਾ ਰੂਪ ਵਿੱਚ ਫਿਰ ਕੈਂਥਲ ਦੇ ਰਾਜੇ ਨੂੰ ਦੇ ਦਿੱਤਾ। ਕੈਂਥਲ ਦੇ ਰਾਜੇ ਨੇ ਫਿਰ ਕਵੀ ਸੰਤੋਖ ਸਿੰਘ ਜੀ ਨੂੰ ਦੇ ਦਿੱਤਾ।
ਇਸ ਕਰਕੇ ਉਹ ਥੋੜਾ ਜਿਹਾ ਇਸ਼ਾਰਾ ਦਿੰਦੇ ਆ ਵੀ ਅਚਲ ਚੇਤ ਹੀ ਇਹ ਸਾਰਾ ਜਿਹੜਾ ਇਤਿਹਾਸ ਇਕੱਠਾ ਆ ਹੋਇਆ। ਸਰਬ ਗੁਰਨ ਕੋ ਜਸ ਸਮੁਦਾਈ, ਇਹਦੇ ਵਿੱਚ ਸਾਰੇ ਸਤਿਗੁਰਾਂ ਦਾ ਬੜਾ ਭਾਰੀ ਸ੍ਰੇਸ਼ਟ ਜਸ ਲਿਖਿਆ ਹੋਇਆ। ਚਾਹਤ ਭਏ ਆਪ ਗੁਰ ਜਬ ਹੂੰ, ਜਦੋਂ ਗੁਰੂ ਕਲਗੀਧਰ ਜੀ ਆਪ ਹੀ ਕਹਿੰਦੇ ਚਾਹੁਣ ਲੱਗੇ, ਇੱਛਾ ਕਰਨ ਲੱਗੇ ਵੀ ਹਾਏ ਸਿੰਘ ਦੀ ਇੱਛਾ ਵੀ ਪੂਰੀ ਕਰ ਦਈਏ ਆਪਾਂ। ਭਾ ਸੰਚੈ ਦਸ ਗੁਰ ਜਸ ਸਭ ਹੂੰ, ਫੇਰ ਕਹਿੰਦੇ ਦਸੇ ਸਤਿਗੁਰਾਂ ਦਾ ਜਿਹੜਾ ਸ੍ਰੇਸ਼ਟ ਜਸ ਆ ਉਹਦਾ ਸੰਚਾ ਹੋ ਗਿਆ, ਸਾਡੇ ਕੋਲੋਂ ਸਾਰਾ ਹੀ ਮਿਲ ਗਿਆ, ਕੋਈ ਕਣਕ ਬਣਿਆ ਬਣਾਇਆ ਪੁਸਤਕ। ਫੇਰ ਉਮੰਗ ਮੋਹ ਮਨ ਆਈ, ਉਹ ਸਾਰਾ ਗੁਰੂ ਕਾ ਜਸ ਇਕੱਠਾ ਹੋਇਆ ਦੇਖ ਕੇ ਸਾਡੇ ਮਨ ਵਿੱਚ ਕਹਿੰਦੇ ਉਤਸ਼ਾਹ ਖੁਸ਼ੀ ਹੋਏ ਆਈ। ਕਰਨ ਲਗਿਓ ਇਹ ਗ੍ਰੰਥ ਸਹਾਈ, ਇਹ ਵੀ ਜਿਸ ਦਾ ਲਾਭ ਗੁਰ ਪ੍ਰਤਾਪ ਸੂਰਜ ਆਏ ਅਸੀਂ ਕਦੇ ਕਰਨ ਲੱਗੇ, ਰਚਣ ਲੱਗ ਪਏ ਛੰਦਾਬੰਦੀ ਵਿੱਚ। ਰਾਮ ਕੋਇਰ ਕੇ ਮੁਖ ਤੇ ਕਾ ਕਥਾ, ਭਾਈ ਸਾਹਿਬ ਭਾਈ ਰਾਮ ਕੌਰ ਜੀ ਦੇ ਮੁਖਾਰ ਵਿਦ ਰਾਹੀਂ ਇਹ ਸਤਿਗੁਰੂ ਦੀ ਕਥਾ ਵਰਨੋ ਸਭ ਮੈਂ ਹੋਈ ਜਥਾ। ਇਸ ਤਰ੍ਹਾਂ ਉਹਨਾਂ ਦੇ ਮੁਖ ਤੋਂ ਕਹਿੰਦੇ ਉਚਾਰਨ ਹੋਈ, ਉਹ ਮੈਂ ਸ਼ਰਧਾਬੰਦੀ ਵਿੱਚ ਕਥਨ ਕਰਦਾ ਹਾਂ। ਸ੍ਰੀ ਗੁਰੂ ਗੋਬਿੰਦ ਸਿੰਘ ਕਿਰਪਾਲਾ, ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹ ਬੜੇ ਦਿਆਲੂ ਕਿਰਪਾਲੂ ਸਨ। ਗਏ ਦੇਸ਼ ਤਜ ਇਹ ਜਿਸ ਕਾਲਾ, ਇਸ ਵੇਲੇ ਇਹ ਜਿਹੜਾ ਪੰਜਾਬ ਦਾ ਦੇਸ਼ ਹੈ ਇਹ ਛੱਡ ਕੇ ਨਦੇੜੇ ਵਿੱਚ ਚਲੇ ਗਏ ਸਨ। ਮਿਲਿਓ ਤਬ ਹੈ ਵਿਛਰਨ ਨਹਿ ਚਾਹਿਓ, ਮੈਂ ਵੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਦੇ ਦਮਦਮੇ ਜਾ ਮਿਲਿਆ ਸੀ, ਉਹਨਾਂ ਤੋਂ ਵਿਛੜਨਾ ਨਹੀਂ ਚਾਹੁੰਦਾ ਸੀ। ਨਿਤ ਦਰਸ਼ਨ ਕਰਿਓ ਬਚ ਕਹਿਓ, ਕਿਉਂਕਿ ਮੈਂ ਮਹਾਰਾਜ ਨੂੰ ਬਚਨ ਕਿਹਾ ਸੀ ਕਿ ਮਹਾਰਾਜ ਮੈਂ ਤੁਹਾਡੀ ਹਜ਼ੂਰੀ ਵਿੱਚ ਹੀ ਜ਼ਿੰਦਗੀ ਭਰ ਰਹਿਣਾ, ਹਮੇਸ਼ਾ ਦਰਸ਼ਨ ਕਰਨੇ ਆ ਤੁਹਾਡੇ। ਇਸ ਕੀ ਮਨ ਕੀ ਸਤਿਗੁਰ ਜਾਨ, ਇਧਰ ਮਾਤਾ ਜੀ ਇਹਨਾਂ ਦੇ ਦਮਦਮੇ ਸਾਹਿਬ ਆ ਗਏ ਸਨ। ਉਹ ਕਹਿੰਦੇ ਮਹਾਰਾਜ ਮੇਰਾ ਇੱਕੋ ਇੱਕ ਪੁੱਤਰ ਹੈ, ਤੁਸੀਂ ਹੁਣ ਉਧਰ ਦੱਖਣ ਵੱਲੀ ਚੱਲ ਜਾਣਾ ਹੈ, ਮੇਰੀ ਵਿਚਾਰੀ ਦਾ ਕਿਵੇਂ ਨਿਭਾਅ ਹੋਊਗਾ। ਤੇ ਆ ਮੇਰੀ ਮਹਾਰਾਜ ਗਰੀਬਣੀ ਦੀ ਬੇਨਤੀ, ਮੇਰੇ ਪੁੱਤਰ ਨੂੰ ਮੇਰੇ ਨਾਲ ਤੋਰੋ। ਕਿਰਪਾ ਧਾਰ ਇਸ ਕਰਕੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਹਮੇਸ਼ਾ ਸਾਡੇ ਦਰਸ਼ਨ ਕਰਕੇ ਅੰਜਲ ਚੱਲਦੇ ਹੈ। ਉਹ ਕਹਿੰਦੇ ਆ ਵੀ ਇਸ ਤਰ੍ਹਾਂ ਮੇਰੇ ਮਨ ਦੀ ਜਾਣ ਕੇ ਭਾਈ ਰਾਮ ਕੌਰ ਜੀ ਦੀ ਕਿਰਪਾ ਧਾਰ ਇਮਕੀਨ ਬਖਾਨ, ਕਿਰਪਾ ਧਾਰਦਿਆਂ ਕਿਰਪਾ ਕਰਦਿਆਂ ਬਚਨ ਭਾਈ ਸਾਹਿਬ ਨੂੰ ਕਿਹਾ, ਜਦੋ ਅਖੇਰ ਦਰਸ ਤਹਿ ਪੋ ਪੈ, ਵੀ ਇਹ ਮਾਤਾ ਜੀ ਆਏ, ਤੁਸੀਂ ਇਹਨਾਂ ਦੇ ਨਾਲ ਚਲੇ ਜਾਓ, ਤੁਹਾਨੂੰ ਦਰਸ਼ਨ ਸਾਡੇ ਹੋ ਜਾਇਆ ਕਰਨਗੇ। ਜਦੋਂ ਕਹਿੰਦੇ ਤੁਸੀਂ ਨਿਤਨੇਮ ਕਰਕੇ ਸ਼ਿਕਾਰ ਦਾ ਬਹਾਨਾ ਜਾਂ ਕਰਨ ਲਈ ਬਾਹਰ ਚੜਿਆ ਕਰੋਗੇ, ਆਪਣੀ ਇੱਛਾ ਪੂਰ ਕਰੈ ਹੋ। ਉੱਥੇ ਕਹਿੰਦੇ ਬਾਹਰ ਜਾ ਕੇ ਜਿਹੜੀ ਤੁਹਾਡੀ ਇੱਛਾ ਨਾ ਸਾਡੇ ਦਰਸ਼ਨ ਦੀ ਉਹ ਪੂਰੀ ਹੋ ਜਾਇਆ ਕਰੇਗੀ, ਕਰ ਲਿਆ ਕਰੋਗੇ। ਸੁਨ ਘਰ ਗਇਓ ਆਨੰਦ ਮਹਿ ਮਗਨ, ਕਵੀ ਜੀ ਕਹਿੰਦਾ ਇਸ ਤਰ੍ਹਾਂ ਇਹ ਭਾਈ ਰਾਮ ਕੌਰ ਸਤਿਗੁਰੂ ਤੋਂ ਸੁਣ ਕੇ ਆਨੰਦ ਵਿੱਚ ਮਸਤ ਹੋਇਆ ਚਲਿਆ ਗਿਆ ਕਰਨ ਨੂੰ। ਕਲਗੀ ਧਰ ਕੀ ਲਾਗੀ ਲਗਨ, ਕਰਦੀ ਦਰਸ਼ ਘਰ ਵੀ ਜਾ ਕੇ ਵੀ ਸਤਿਗੁਰੂ ਦੇ ਦਰਸ਼ਨ ਕਰਨ ਦੀ ਲਗਨ ਲੱਗ ਗਈ। ਸ੍ਰੀ ਸਤਿਗੁਰ ਪਹਿ ਵਿਛਰਿਓ ਜਬ ਤੇ, ਜਿਸ ਵੇਲੇ ਸਤਿਗੁਰੂ ਦੇ ਪਾਸੋਂ ਇਹ ਕਦੇ ਦਮਦਮੇ ਸਾਹਿਬ ਤੋਂ ਆ ਕੇ ਘਰ ਵਿੱਚ ਵਿਛੜ ਗਿਆ, ਵੱਖਰਾ ਹੋ ਗਿਆ। ਜਦ ਹੈ ਅਖੇਰ ਨੇਮ ਕਰ ਤਬ ਤੇ, ਹਮੇਸ਼ਾ ਨਿਜੋ ਕਰਕੇ ਕਦੇ ਸ਼ਿਕਾਰ ਦਾ ਬਹਾਨਾ ਜਾਂ ਚੜ ਕੇ ਭਾਈ ਸਾਹਿਬ ਰਾਮ ਕੌਰ ਜੀ ਬਾਹਰ ਨੂੰ ਚਲੇ ਜਾਂਦੇ। ਗਮਨ ਹੈ ਵਹਿਰ ਜਾਏ ਉਦਿਆਨ, ਕਦੇ ਬਾਹਰ ਨੂੰ ਚਲੇ ਜਾਂਦੇ ਬੀਆਬਾਨ ਵਿੱਚ ਉਜਾੜ ਵਿੱਚ। ਦਰਸ ਹੈ ਸਤਿਗੁਰ ਕਿਰਪਾ ਨਿਦਾਨ, ਉੱਥੇ ਕਿਰਪਾ ਦੇ ਖਜ਼ਾਨੇ ਸਤਿਗੁਰੂ ਦੇ ਦਰਸ਼ਨ ਦੀਦਾਰ ਇਹਨਾਂ ਨੂੰ ਹੋ ਜਾਂਦੇ। ਜਿਸ ਰੂਪ ਵਿੱਚ ਹੁੰਦੇ ਜਿਹੋ ਜਿਹਾ ਚੋਜ ਕਰਨ ਦੇ ਉਹ ਸ਼ਿਰ ਮਾਤਰ ਮਹਾਰਾਜ ਦਰਸ਼ਨ ਇਹਨਾਂ ਨੂੰ ਦੇ ਦਿੰਦੇ ਸਨ। ਜਾਵਦ ਨਹਿ ਸਰੀਰ ਕਹੁ ਤਿਆਗਿਓ, ਕਦੇ ਜਿੰਨਾ ਚਿਰ ਤੱਕ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਆਪਣਾ ਸਰੀਰ ਨਹੀਂ ਨਾ ਛੱਡਿਆ, ਤਾਵਦ ਇਸੀ ਨੇਮ ਮਹਿ ਲਾਗਿਓ। ਤਾਂ ਕਹਿੰਦੇ ਇਸੇ ਨਿਯਮ ਵਿੱਚ ਹੀ ਲੱਗੇ ਰਹੇ। ਭਾਵ ਹਮੇਸ਼ਾ ਬਾਹਰ ਜਾ ਕੇ ਗੁਰੂ ਕਲਗੀਧਰ ਜੀ ਦੇ ਦਰਸ਼ਨ ਕਰਕੇ ਫੇਰ ਹੀ ਅੰਜਲ ਛਕਦੇ ਰਹੇ। 53 ਸਾਲ ਤੱਕ
ਮਹਾਰਾਜ ਤੋਂ ਬਾਅਦ ਇਹਨਾਂ ਦਾ ਸਰੀਰ ਧਰਤੀ ਤੇ ਰਿਹਾ ਹੈ। 53 ਸਾਲ ਤੱਕ ਹੀ ਬਾਅਦ ਵਿੱਚ ਇਹ ਦਰਸ਼ਨ ਦੀਦਾਰ ਕਰਦੇ ਸਹਿ ਰਹੇ ਭਾਈ ਰਾਮ ਕੌਰ ਸਾਹਿਬ ਜੀ। ਵਹਿਰ ਅਖੇਰ ਬ੍ਰਿਤੀ ਕੋ ਜਾਵੇ, ਕਦੇ ਬਾਹਰ ਸ਼ਿਕਾਰ ਬਿਰਤੀ ਜੀ ਕਰਨ ਲਈ ਜਾਂਦੇ। ਕਲਗੀ ਧਰ ਕੋ ਦਰਸ਼ਨ ਪਾਵੇ, ਭਾਈ ਸਾਹਿਬ ਭਾਈ ਰਾਮ ਕੌਰ ਗੁਰੂ ਕਲਗੀ ਧਰੀ ਦੇ ਉੱਥੇ ਬਾਹਰ ਦਰਸ਼ਨ ਪਾ ਲੈਂਦਾ ਹੈ। ਅਬ ਚਲ ਨਗਰ ਗਏ ਗੁਰ ਜਬੈ, ਕਹਿੰਦੇ ਵੀ ਜਦੋਂ ਪੰਜਾਬ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੰਦੇੜ ਸ਼ਹਿਰ ਚਲੇ ਗਏ, ਜਿਸ ਸੱਚਖੰਡ ਸਥਾਨ ਦਾ ਨਾਮ ਜੀ ਨੇ ਅਬਚਲ ਨਗਰ ਰੱਖਿਆ, ਕਿਉਂਕਿ ਜਦੋਂ ਜੋਤੀ ਜੋਤ ਸਮਾਉਣ ਲੱਗੇ ਸੀ ਗੁਰੂ ਕਲਗੀਧਰ ਜੀ, ਸਿੰਘਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਕਿਹਦੇ ਲੜਲਾ ਚੱਲਦੇ ਹੋ। ਉਹ ਪਹਿਲਾਂ ਤਾਂ ਕਿਹਾ ਖਾਲਸਾ ਗੁਰੂ ਗੁਰੂ ਖਾਲਸਾ। ਕਹਿੰਦੇ ਨਹੀਂ ਮਹਾਰਾਜ, ਇਹ ਆਪ ਕਿਰਪਾ ਕਰੋ, ਜਿਹੜੀ ਪਿਛਲੀ ਮਰਜ਼ਾਦਾ ਨੂੰ ਕਾਇਮ ਰੱਖੋ, ਕਿਉਂਕਿ ਜਿਵੇਂ ਆਪ ਜੀ ਦੇ ਅਸੀਂ ਦਰਸ਼ਨ ਕਰਦੇ, ਆਪ ਜੀ ਨਾਲ ਬਚਨ ਵਿਲਾਸ ਕਰ ਲੈਂਦੇ, ਸੁਣ ਲੈਂਦੇ, ਉਹ ਦਰਸ਼ਨ ਦਿਦਾਰ ਹੁੰਦੇ ਰਹੇ, ਬਚਨ ਵਿਲਾਸ ਹੀ ਕਰੀਏ। ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਜੀ ਨੇ ਪ੍ਰਕਾਸ਼ ਕਰਾਇਆ ਹੈ। ਪੰਜ ਸਿੰਘ ਤਾਬਿਆਂ ਵਿੱਚ ਖੜਿਆ ਕਰ ਦਿੱਤੇ। ਸ੍ਰੀ ਕਲਗੀ ਜਗਾਦਿਕ ਸ੍ਰੀ ਸਾਹਿਬ ਨਾਲਗੀਰ 5 ਪੈਸੇ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਰੱਖੇ, ਮੱਥਾ ਟੇਕਿਆ 5 ਵਾਰੀ ਤੇ 5 ਵਾਰੀ ਪਰਿਕਰਮਾ ਕੀਤੀਆਂ। ਫਿਰ ਇਸ ਤਰ੍ਹਾਂ ਹਜ਼ੂਰੀ ਵਿੱਚ ਖੜਿਆ ਹੋ ਕੇ ਆਪ ਜੀ ਨੇ ਮੁੱਖੋਂ ਬਚਨ ਕੀਤੇ, ਆਗਿਆ ਭਈ ਅਕਾਲ ਕੀ ਤਵੀ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। गुरु ग्रंथ जी मानिए प्रगट गुरा की दे, जो प्रभु को मिलियो चाहे खोज शब्द में ले, राज करेगा खालसा की रहे न कोई, ख्वार हुए सब मिलेंगे बचे शरण जो हुए। इस तरह के बचन कह के आप जी ने नमस्कार कर दी। जिस वेले हुक्मनामा लिया गया, सो ही राग विचों आया, अब चल नगर गोविंद गुरु का नाम जपत सुख पाया। गुरता गदी दे तक देर तो सब तो पहला जिहड़ा हुक्मनामा है वो हजूर साहब नंदेड़ शहर विच यह आया सी। फिर गुरु कलगीधर जी ने इस स्थान का नाम अब चल नगर रख दिता सी, अपने तप स्थान का नाम। इस करके कवि जी ने इशारा दिता भी जो गुरु महाराज जी का नाम अबचल नगर रखिया है ना, उत्थे गए जानी सचखंड वाली स्थान ते तप स्थान ते गए सन। सचखंड प्राप्त पे तब बारह कहने सचखंड नू प्राप्त हो गए, सचखंड गमन कर गए। मदर देश में तिनते पाछे, हाँ महाराज ने श्री छड्डण तो बाद विच कहने जिहड़े मदर देश पंजाब विच रहे जो सिंह रहत में आछे, कहने जिहड़े सिंह रह गए रहत महल चंगे त्यार पर त्यार सेन, सो इनके दर्शन कह गए। वो सारे इससे इकट्ठिया हो के ए भाई साहब भाई राम कौर दे दर्शन करने वास्ते गए। हाथ जोड़ कर बंदत पए, हाथ जोड़ के वो सारे सिंघा ने नमस्कारा कीतियां। रहे निकट गुरु सुजास उचारत, भाई साहब भाई राम कौर जी दे कोल ही रहे, सतगुरु दी श्रेष्ठ जस उचार दे होए। और मैं परम प्रेम कहो तारत, हृदय विच बड़ा भारी प्रेम धार दे होए। देखो कहाँ चलत कर गए, भाई साहब भाई राम सिंह नू सिंह कहन लगे, देखो महाराज की महाराज कौतक जा कुछ जा करके चले गए। रण महान घमसानन कए, देखो महाराज आनंदपुर दे विच चमकौर दे विच किवें महान घमसान दे जंग उन्हां ने कीते। लाखों सतरन को संघार कै, लखां जिहड़े गुरु घर दे बैरी सन, कदे सारियां नू मार के खत्म करके, जिवें चमकौर साहिब दे विच 19 लाख चढ़ के आया सी। 9 लाख तां पहला सी, 10,000 10 लाख होर भेजता सी रंगे ने।
ਇਸ ਕਰਕੇ ਲੱਖਾਂ ਬੈਰੀਆਂ ਨੂੰ ਮਾਰ ਕੇ ਪੰਥ ਖਾਲਸਾ ਉਤਪਤ ਇਸੇ ਕਰਕੇ ਤਰ੍ਹਾਂ ਭਾਈ ਸਾਹਿਬ ਜਿਹੜਾ ਖਾਲਸਾ ਪੰਥ ਅਮਰ ਛਕਾ ਕੇ ਪੈਦਾ ਕਰਕੇ ਹੱਥ ਪੇਚਾਰਹੁ ਸਾਹਿਬ ਜਾਦੇ ਇਹ ਜਦੋਂ ਮਹਾਰ ਕਦੇ ਕਮਸਾਨ ਦੇ ਜੰਗ ਹੋਏ ਉਹਦੇ ਵਿਚਾਰੇ ਸਾਹਿਬ ਆਪ ਜੀ ਦੇ ਸ਼ਹੀਦ ਹੋ ਗਏ। ਤਉ ਜੁਦ ਮਹਿ ਬਹੁ ਅਹਲਾਦੇ ਇਹ ਵੀ ਕਦੇ ਜੰਗ ਯੁੱਧ ਕਰਨ ਵਿੱਚ ਹੀ ਬੜਾ ਕਦੇ ਆਨੰਦ ਮੰਦਰ ਦੇ ਖੁਸ਼ੀ ਰਹੇ ਕੋਈ ਗਮ ਵਿੱਚ ਨਹੀਂ ਡੁੱਬੇ। ਲੇਸ਼ ਮਾਤਰ ਜਿਨ ਮੋਹ ਨਾ ਹੋਇਓ ਆ ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਚਾਰੇ ਸਾਹਿਬ ਸ਼ਹੀਦ ਹੋਣ ਤੋਂ ਮਾਤਾ ਦੀ ਸ਼ਹੀਦ ਹੋਣ ਤੋਂ ਥੋੜੇ ਮਾਤਰ ਵੀ ਕੋਈ ਮੋਹ ਨਹੀਂ ਹੋਇਆ ਹੈ। ਭਾਈ ਰੂਪ ਚੰਦ ਇਸੇ ਤਰ੍ਹਾਂ ਇਹਨਾਂ ਦੇ ਅੱਗੇ ਪੋਤਰੇ ਪਰਮ ਸਿੰਘ ਧਰਮ ਸਿੰਘ ਹੋਏ। ਇਹਨਾਂ ਨੇ ਵਿਰਾਗ ਜਾ ਕਰਦਿਆਂ ਹੋਇਆ ਕਹਿੰਦੇ ਬਹੁਤ ਮਾੜਾ ਹੋ ਗਿਆ। ਆਨੰਦਪੁਰ ਉਜੜ ਗਿਆ, ਸਾਹਿਬਜ਼ਾਦੇ ਪਰਿਵਾਰ ਸਿੰਘ ਮਾਰਾ ਉਜੜ ਗਏ, ਕੁਛ ਨਹੀਂ ਰਿਹਾ ਹੈ। ਤੇ ਗੁਰੂ ਮਹਾਰਾਜ ਮੌਜ ਨਾਲ ਬੈਠੇ ਰਹੇ, ਕੋਈ ਅਸਰ ਨਹੀਂ ਹੈ। ਜਦੋਂ ਬਾਰ ਕਹੀ ਗਏ ਇਹ ਮਹਾਰਾਜ ਨੇ ਉਹ ਧਰਤੀ ਤੇ 4 ਲਕੀਰਾਂ ਨਹੀਂ ਕੀਤੀਆਂ। ਕਹਿੰਦੇ ਵੀ ਪਰਮ ਸਿੰਘ ਧਰਮ ਦਾ ਲਕੀਰਾਂ ਕੱਢਤਾ ਦਿੱਤੀ ਤੇ ਕੱਢ ਦਿੱਤੀਆਂ। ਫਿਰ ਕਹਿੰਦੇ ਵੀ ਇਹਨਾਂ ਨੂੰ ਹੁਣ ਤੂੰ ਭੇਟ ਦੇ। ਭਾਈ ਪਰਮ ਸਿੰਘ ਨੇ ਲਕੀਰਾਂ ਜੀ ਭੇਟਤੀਆਂ। ਫਿਰ ਮਹਾਰਾਜ ਕਹਿੰਦੇ ਵੀ ਜਦੋਂ ਲਕੀਰਾਂ ਪਾਈਆਂ ਸੀ ਕੋਈ ਖੁਸ਼ੀ ਹੋਈ ਤੇ ਜਦੋਂ ਭੇਟਦੀਆਂ ਉਦੋਂ ਕੋਈ ਗਮੀ ਹੋਈ, ਤੈਨੂੰ ਕੋਈ ਸ਼ੌਕ ਹੋਇਆ? ਕਹਿੰਦੇ ਮਹਾਰਾਜ ਲਕੀਰਾਂ ਸੀ ਪਾਤੀਆਂ ਭੇਟਦੀਆਂ, ਉਹਦੇ ਨਾਲ ਖੁਸ਼ੀ ਕੀ ਗਮੀ ਹੋਣੀ ਹੈ। ਮਹਾਰਾਜ ਕਹਿੰਦੇ ਵੀ ਇਹੀ ਹੈ, ਸਾਹਿਬਜ਼ਾਦੇ ਲਕੀਰਾਂ ਵਾਂਗ ਸੀ, ਪਹਿਲਾਂ ਪੈਦਾ ਹੋ ਗਏ ਫਿਰ ਜਿਵੇਂ ਲਕੀਰਾਂ ਤੋਂ ਭੇਟਦੀਆਂ ਇਉਂ ਕਹਿੰਦੇ ਸੀ ਜਿਨ੍ਹਾਂ ਦੀ ਸੀ ਵਸਤੂ ਉਹ ਲੈ ਗਏ, ਉਹਨਾਂ ਨੇ ਭੇਜੀ ਸੀ। ਸ਼ੌਕ ਦਾ ਮੁਕਾਲਾ ਮੋਹ ਕਾਲਾ, ਜੇ ਤਾਂ ਉਹ ਸਾਡੀਆਂ ਹੋਣ ਉਹ ਸਾਡੀਆਂ ਦੀ ਵਸਤੂ ਹੈ ਤਾਂ ਵਾਹਿਗੁਰੂ ਦੀਆਂ ਸੀ, ਉਹਨੇ ਦਿੱਤੀਆਂ ਸੀ, ਉਹਨੇ ਵਾਪਸ ਲੈ ਲਈਆਂ। ਇਹ ਉਹਦੀ ਅਮਾਨਤ ਸੀ, ਸਪੁਰਦ ਹੋ ਗਈ ਹੈ। जिसकी वास्ते आज्ञा रखे प्रभु की आज्ञा माना मास्ता उसते चौगुन करा निहाल। इस तरह इन्हों का भी मोह मेट दिता, विराग खत्म कर दिता सी। इस करके सिंह कहते महाराज देखो जिन्होंने भोरा मात्र भी मोह नहीं होया है, शहीद हो गए, गम कोई नहीं कीता है। महावीर सतरन घर खोयो महार सूरवीर सी सतगुरु जी, बैरियां दे घर उन्होंने तबाह कर दिते। ज्यों चित चाहत करत तत्काला गुरु कलगीधर भी चित में चाहते सी बड़ी छेती कर लेंदे। चमकौर दे विच जदों ਸਿੰਘਾਂ ने कहा महाराज हुण तां बहुते आ गए, हुण तां नहीं निकल सकदे, महाराज कुछ करो करू। महाराज कहते दसो किन्ने मार गए? सिंह कहते महाराज ने बाहले उत्ते नहीं चढ़े, उन्हें इन्हों ने बेदी निगाह दो। महाराज इको तीर ही चलाया, 10,000 दे विच ही लंघ गया। सारे जिन्ने तां नूं चढ़े आउंदे सी उठ के डिग पे ते भजना पै गया। मुसला नूं कहते भी हुण तां क़यामत आ गई, हुण नहीं छड्डदे महाराज। ਉਹ ਜਿਹੜੇ सूबे वर्गे सी ਉਹ भी फिर बिरशां दे ओले होके खड़ गए भी किते इधर ना तीर छड्डो, महाराज साडा ना भोग पए हाले। इस करके सिंह कह रहे भी जिवें महाराज चाहते सी उवें घर करा लेंदे सी। तो चले जिम नारगम चाला भी किवें जिवें लोकां दी रीति मर्यादा ਉਹਦੇ ਵਿੱਚ ਹੀ महाराज चलदे चलांदे ने, कुछ नहीं दिखाया है। ਸਿੰਘਾਂ ਦੇ ਕਹਿਣ ਤੋਂ ਪਰਮੇਟਣ ਵਾਸਤੇ ਵੀ ਇਹਦੇ ਤਾਂ ਜੇ ਚਾਹੀਏ ਤਾਂ ਇੱਕ ਤੀਰ ਦੇ ਹੀ ਹੈ ਮਾਰ ਹੈ। सारा विच कीती लग जाए तो तुहानू वडियाइयां बख्शणियां हन। जिन में आत उत्साह थिरियो है। जिस गुरु गोबिंद सिंह साहब जी के अंदर बड़ा भारी जिहड़ा हुशियार वीर रस्ता टिकिया रहा, आगे आस किन्हू ना करियो है। ऐसा जिहड़ा वीर रस विच आके उत्साह नाल किसी ने नहीं जंग युद्ध कीता है। अदपद अधिक नरंगा पयो। देख लो महाराज जिहड़ा
ਰਾਜਾ ਔਰੰਗਜ਼ੇਬ ਸੀ, ਬੜਾ ਭਾਰੀ ਅਦਭੁਤ ਕੀ ਦੁਨੀਆ ਦਾ ਪਾਤਸ਼ਾਹ ਹੋਇਆ। ਸਭ ਦੇਸਨ ਕਹੋ ਰਾਜਾ ਥਇਓ, ਸਾਰੇ ਇਲਾਕਿਆਂ ਦਾ ਉਹ ਇਕੱਲੇ ਹੀ ਕਦੇ ਰਾਜਾ ਹੋਇਆ ਸੀ। ਦੁਐ ਬਵਿੰਛਤ ਲਛ ਸੈਨਾ ਸੰਗ, ਇਸ ਔਰੰਗਜ਼ੇਬ ਦੇ ਨਾਲ ਕਦੇ 22 ਲੱਖ ਜਿਹੜੀ ਫੌਜ ਹੈ। 10,000 ਤੋਪੈ ਗੱਡ ਭੰਗ, ਚੜਦਾ ਸੀ 22 ਲੱਖ ਫੌਜ ਚੜਦੀ ਸੀ ਤੇ 10,000 ਤੋਪਾਂ ਹੁੰਦੀਆਂ ਸੀ ਤੇ ਕਿਲੇ ਭੰਨਦੀਆਂ ਸੀ। ਅਰ 50,000 ਜਮੂਰੇ, ਇਸ ਔਰੰਗਜ਼ੇਬ ਦੀ ਫੌਜ ਦੇ ਕੋਲ 50,000 ਅੱਧੀਆਂ ਤੋਪਾਂ ਹੈ ਸੀ। ਜਮੂਰੇ ਕੋ ਅੱਧੀਆਂ ਤੋਪਾਂ ਕਹੋ। ਅਰਿਓ ਨਾ ਸੋ ਕੀਨਸ ਸਭ ਚੂਰੇ, ਕਦੇ ਕੋਈ ਨਹੀਂ ਅੜ ਸਕਿਆ ਗੁਰੂ ਕਲਗੀ ਤੇ ਧਰਤੀ ਅੱਗੇ, ਕਦੇ ਸਾਰਿਆਂ ਨੂੰ ਚੂਰਾ ਚੂਰਾ ਕਰਕੇ ਰੱਖ ਦਿੱਤਾ। ਅਪਰ ਸੈਨ ਜੋ ਰਾਜਨ ਕੇਰੀ, ਬਾਕੀ ਜਿਹੜੀ ਹੋਰ ਸੈਰ ਸੀ 22 ਧਾਰ ਦੇ ਰਾਜਿਆਂ ਦੀ, ਗਣ ਕੌਣ ਸੰਗ ਚਲਹਿ ਕਨੇਰੀ, ਉਹਨੂੰ ਤਾਂ ਕੌਣ ਕੋਈ ਗਿਣ ਸਕਦੀ ਹੈ, ਗਿਣ ਸਕਦਾ ਵੀ ਉਹ ਵੀ ਕਦੇ ਔਰੰਗਜ਼ੇਬ ਦੇ ਅਨੁਸਾਰ ਹੀ ਚੱਲਦੀ ਸੀ। ਜਿਸ ਕੋ ਤੇਜ ਸਹਿ ਨਹਿ ਕੋ, ਇਸ ਔਰੰਗਜ਼ੇਬ ਦਾ ਤੇਜ ਪ੍ਰਤਾਪ ਕੋਈ ਰਾਜਾ ਮਹਾਰਾਜ ਸਹਾਰ ਨਹੀਂ ਸਕਦਾ ਸੀ। ਸਕਲ ਮਿਲੈ ਬੰਦੈ ਕਰ ਦੋ, ਜਿੱਧਰ ਵੀ ਔਰੰਗਜ਼ੇਬ ਜਾਂਦਾ ਸੀ ਸਾਰੇ ਸੂਬੇ ਰਾਜੇ 22 ਧਾਰ ਦੇ ਹੱਥ ਜੋੜ ਜੋੜ ਕੇ ਅੱਗੋਂ ਮਿਲਦੇ ਸਨ। ਤੇ ਸੋ ਅੜ ਕੈ ਕਰਨ ਲੜਾਈ, ਔਰੰਗਜ਼ੇਬ ਦੁਸ਼ਟ ਦੇ ਨਾਲ ਅੜ ਕੇ ਕਦੇ ਲੜਾਈ ਕਰਨੀ, ਜੰਗ ਯੁੱਧ ਕਰਨਾ। ਸਿੰਘ ਅਲਪਲੇ ਸੰਗ ਸਹਾਈ, 47 ਐਵੇਂ ਥੋੜੇ ਜਿਹੇ ਸਿੰਘਾਂ ਨੂੰ ਨਾਲ ਲੈ ਕੇ, ਗੁਰ ਬਿਨ ਸਮਰੱਥ ਅਪਰ ਨਾ ਲਹੀਏ। ਭਾਈ ਸਾਹਿਬ ਗੁਰੂ ਤੋਂ ਬਿਨਾਂ ਤਾਂ ਹੋਰ ਕੋਈ ਸਮਰੱਥਾ ਵਾਲਾ ਨਹੀਂ ਦੇਖੀਦਾ ਜਾਣੀਦਾ ਹੈ। ਤਿਸ ਕਲਗੀ ਧਰ ਕੇ ਗੁਣ ਕਹੀਏ, ਭਾਈ ਸਾਹਿਬ ਭਾਈ ਰਾਮ ਕੌਰ ਜੀ ਐਸੇ ਗੁਰੂ ਕਲਗੀਧਰ ਪਾਤਸ਼ਾਹ ਦੇ ਜਿਹੜੇ ਗੁਣ ਹੈ ਨਾ, ਵਿਚਾਰ ਕਰਕੇ ਨਾ ਚੰਗੀ ਤਰ੍ਹਾਂ ਤੁਸੀਂ ਬਿਆਨ ਕਰੀਏ। ਅਸ ਤੁਰਕਨ ਕੀ ਜਰਾ ਉਖਾਰੀ, ਐਸੇ ਤੁਰਖਾਂ ਦੀ ਗੁਰੂ ਕਲਗੀਧਰ ਜੀ ਨੇ ਜਲ ਪੁੱਟ ਦਿੱਤੀ। ਕੀਨ ਰਾਜ ਬਹੁ ਪੁਸਤਨ ਭਾਰੀ, ਜਿੰਨਾ ਮੁਸਲਮਾਨਾਂ ਨੇ ਕਹਿੰਦੇ ਪੁਸਤਾਂ ਤੱਕ ਪੀੜ੍ਹੀਆਂ ਤੱਕ ਭਾਰੀ ਰਾਜ ਕੀਤਾ, ਬਾਬਰ ਤੋਂ ਲੈ ਕੇ ਅੱਗੇ ਹਮਾਊ ਆ ਗਿਆ, ਅਕਬਰ ਆ ਗਿਆ, ਜਹਾਂਗੀਰ ਆ ਗਿਆ, ਫਿਰ ਜਹਾਂ ਆ ਗਿਆ, ਫਿਰ ਔਰੰਗਜ਼ੇਬ ਆਇਆ, ਕਹਿੰਦੇ ਪੀੜ੍ਹੀਆਂ ਤੱਕ ਰਾਜ ਭਾਗ ਕੀਤਾ ਸੀ। ਦੀਰਘ ਦੁਰਗ ਮਵਾਸ ਬੜੇ, ਕਦੇ ਮੁਸਲਮਾਨਾਂ ਦੇ ਰਾਜੇ ਪਾਤਸ਼ਾਹ ਦੇ ਬੜੇ ਬੜੇ ਆਕੀ ਕਿਲੇ ਬਣਾਏ ਹੋਏ ਸਨ। ਹੋਏ 400 ਪਰਹਿ ਨਾ ਹੇਰੇ, ਰਾਮ ਕੋਰ ਤੁਮ ਲਹੋ। ਇਹ ਭਾਈ ਸਾਹਿਬ ਭਾਈ ਰਾਮ ਕੌਰ ਜੀ ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਰਾ ਤੁਸੀਂ ਇਤਿਹਾਸ ਜਾਣਦੇ ਹੋ। ਸਰਬ ਰੀਤ ਸੋ ਸਮਰੱਥ ਅਹੋ, ਭਾਈ ਸਾਹਿਬ ਸਭ ਤਰ੍ਹਾਂ ਦੀ ਰੀਤੀ ਕਰਕੇ ਤੁਸੀਂ ਸਮਰੱਥ ਹੋ, ਤਾਕਤ ਵਾਲੇ ਹੋ। ਕਹੋ ਲਿਖਾਵਨ ਗੁਰ ਕੀ ਕਥਾ, ਸਾਡੇ ਸਿੰਘਾਂ ਦੀ ਬੇਨਤੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਾਰੀ ਕਥਾ ਤੁਸੀਂ ਲਿਖਾਉਣੀ ਕਰੋ। ਪੇਖੀ ਸੁਨੀ ਸੁਨਾਵਹ ਤਥਾ, ਮਹਾਰਾਜ ਦੀ ਹਜ਼ੂਰੀ ਵਿੱਚ ਰਹਿ ਕੇ ਤੁਸੀਂ ਵੇਖੀ ਹੈ ਤੇ ਜਾਂ ਅੱਗੇ ਤੋਂ ਅੱਗੇ ਸੁਣੀਓ, ਸਾਨੂੰ ਸੁਣਾਓ ਭਾਈ ਸਾਹਿਬ। ਪ੍ਰਥਮੈ ਅਸ਼ਟ ਗੁਰਨ ਕੀ ਕਥਾ, ਇਸੇ ਤਰ੍ਹਾਂ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪਹਿਲਾਂ ਕਹਿ ਆਏ ਹੈ, ਇਸ ਕਰਕੇ ਕਦੇ ਪਹਿਲੇ 8 ਸਤਿਗੁਰਾਂ ਦੀ ਜਿਹੜੀ ਕਥਾ ਹੈ, ਆਪ ਗੁਰੂ ਅੰਗਦ ਸਾਹਿਬ ਜੀ ਤੋਂ ਲੈ ਕੇ 9ਵੇਂ ਪਾਤਸ਼ਾਹ ਤੱਕ ਸਤਿਗੁਰਾਂ ਦੀ ਜਿਹੜੀ ਕਥਾ ਹੈ, ਕਰਹੁ ਸੁਨਾਵਨ ਭੇ ਜਗ ਜਥਾ। ਇਸ ਤਰ੍ਹਾਂ ਕਦੇ 8 ਸਰੂਪ ਪ੍ਰਿਆ ਸੰਸਾਰ ਦੇ ਵਿੱਚੋਂ ਸਾਰੀ ਕਥਾ ਸੁਣਾਓ। ਜਿਮ ਚਰਿਤਰ ਪਰ ਅਨਕ ਪ੍ਰਕਾਰੇ, 8 ਸਤਿਗੁਰਾਂ ਨੇ ਅਨੇਕਾਂ ਤਰ੍ਹਾਂ ਦੇ ਸੇਠ ਜਿਹੜੇ ਚਰਿੱਤਰ ਕੌਤਕ ਹੈ, ਕਰ ਨਰ ਸਿੱਖੇ ਸਮੂਹ ਉਧਾਰੇ, ਕਰਕੇ ਸਮੂਹ ਜਿਹੜੇ ਸਿੱਖ ਸੰਸਾਰ ਤੋਂ ਉਧਾਰੇ ਤਾਰੇ ਹੈ। ਪਾਛੇ ਸੰਗਤ ਸਿੱਖ ਸਮਾਜੂ, ਆਪਣੇ ਤੋਂ ਬਾਅਦ ਕਹਿੰਦੇ ਜਿੰਨੀ ਸਿੱਖ ਸੰਗਤ ਦਾ ਇਕੱਠ ਹੈ, ਪੰਥ ਖਾਲਸਾ ਸਿੰਘਨ ਰਾਜੂ। ਇਸ ਤਰ੍ਹਾਂ ਕਹਿੰਦੇ ਖਾਲਸੇ ਪੰਥ ਦਾ ਸਿੰਘਾਂ ਦਾ ਰਾਜ ਭਾਗ ਹੋਵੇਗਾ। ਪਟਵੇ ਤੇ ਗੁਰ ਕੋ ਜਸ ਜਾਣੈ, ਭਾਈ ਸਾਹਿਬ ਗੁਰੂ ਕਾ ਜਿਹੜਾ ਇਤਿਹਾਸ ਪੜ੍ਹਨ ਤੋਂ ਗੁਰੂ ਕਾ
ਜਸ ਸਾਰੇ ਰਾਜੇ ਮਹਾਰਾਜੇ ਸਿੰਘ ਜਾਣਨਗੇ। ਸੁਮਤ ਸੁਮਤਵੰਤ ਬਹੁ ਭਾਂਤ ਬਖਾਨੈ। ਚੰਗੇ ਅਕਲਵੰਦ ਵਿਦਵਾਨ ਬਹੁਤ ਤਰ੍ਹਾਂ ਫਿਰ ਉਹ ਕਿਹਾ ਕਰਨਗੇ। ਹੋਏ ਗੁਰ ਸਿੱਖਣ ਕੀ ਕਲਿਆਣ। ਇਹ ਭਾਈ ਸਾਹਿਬ ਭਾਈ ਰਾਮ ਕੌਰ ਜੀ ਉਹ ਜਦੋਂ ਤੁਸੀਂ ਇਤਿਹਾਸ ਲਿਖ ਦਿਓਗੇ ਸੁਣ ਸੁਣਾਉਣਗੇ ਬਹੁਤਿਆਂ ਦੀ ਕਲਿਆਣ ਹੋਵੇਗੀ। ਅਪਰ ਧਰੈ ਸਰਦਾ ਸੁਨ ਕਾਨ। ਹੋਰ ਜਿਹੜੇ ਗੁਰੂ ਕੇ ਸਿੱਖ ਆ ਉਹ ਵੀ ਇਤਿਹਾਸ ਕਰਨਾ ਵੀ ਕਿ ਸਤਿਗੁਰੂ ਤੇ ਸ਼ਰਧਾ ਧਾਰਨਗੇ। ਸਭਹਿਨ ਪਰ ਤੁਮਰੋ ਉਪਕਾਰ। ਭਾਈ ਸਾਹਿਬ ਭਾਈ ਰਾਮ ਕੌਰ ਜੀ ਇਸ ਤਰ੍ਹਾਂ ਸਾਰਿਆਂ ਸਿੰਘਾਂ ਉੱਪਰ ਤੁਹਾਡਾ ਬੜਾ ਭਾਰੀ ਪਰਉਪਕਾਰ ਹੋਵੇਗਾ। ਸੁਨ ਸੁਨ ਲੈ ਗੁਰਮਤ ਕੋ ਧਾਰ। ਕਿਉਂਕਿ ਮਹਾਰਾਜ ਦਾ ਇਤਿਹਾਸ ਸੁਣ ਸੁਣ ਕੇ ਉਹ ਵੀ ਗੁਰਮਤ ਨੂੰ ਧਾਰਨ ਕਰ ਲੈਣਗੇ। ਸਭ ਸਿੰਘਨ ਕੀ ਬਿਨਤੀ ਸੁਨ ਕੈ। ਇਸ ਤਰ੍ਹਾਂ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਸਾਰੇ ਸਿੰਘਾਂ ਦੀ ਬੇਨਤੀ ਨੂੰ ਸੁਣ ਕੇ ਭਾਈ ਰਾਮ ਕੋਇਰ ਸੁਭ ਗੁਣ ਕੈ। ਸਾਹਿਬ ਭਾਈ ਰਾਮ ਕੌਰ ਜੀ ਨੇ ਵੀ ਵਿਚਾਰਿਆ ਵੀ ਇਹ ਤਾਂ ਚੰਗਾ ਹੀ ਹੈ, ਚੰਗੀ ਵਿਚਾਰ ਹੈ। ਸਾਹਿਬ ਸਿੰਘ ਲਿਖਾਰੀ ਲਾਇਵ। ਜਿਹੜੇ ਸੌ ਸਾਖੀ ਦੇ ਲਿਖਾਰੀ ਭਾਈ ਸਾਹਿਬ ਸਿੰਘ ਜੀ ਉਹਨਾਂ ਨੂੰ ਲਿਖਾਰੀ ਲਾਇਆ, ਲਿਖਣ ਨਹੀਂ ਲਾਇਆ। ਇੱਕ ਤਾਂ ਹੋਇਆ ਨਾ ਪੰਜਾਂ ਪਿਆਰਿਆਂ ਵਿੱਚ ਸਾਹਿਬ ਸਿੰਘ ਜੀ, ਇੱਕ ਸਾਹਿਬ ਸਿੰਘ ਜੀ ਇਹ ਹੋਰ ਸੌ ਸਾਖੀ ਦੇ ਕਰਤੇ ਹੋਏ ਲਿਖਾਰੀ ਹੋਏ। ਕਿਉਂਕਿ ਜਿਹੜੇ ਪੰਜ ਪਿਆਰਿਆਂ ਵਿੱਚ ਸੀ ਉਹ ਤਾਂ ਚਮਕੌਰ ਦੀ ਗੜੀ ਵਿੱਚ ਹੀ ਸ਼ਹੀਦ ਹੋ ਗਏ ਸਨ। ਜਿਵੇਂ ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ, ਇਹ ਤਿੰਨ ਪਿਆਰੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਸਨ। ਬਾਕੀ ਦੋ ਧਰਮ ਸਿੰਘ ਤੇ ਭਾਈ ਦਇਆ ਸਿੰਘ ਜੀ ਬਚ ਗਏ ਸਨ। ਜਿਹੜਾ ਫਿਰ ਦੀਨੇ ਤੋਂ ਜਿਹੜਾ ਜਫਰਨਾਮਾ ਲੈ ਕੇ ਭਾਈ ਦਇਆ ਸਿੰਘ ਜੀ ਗਏ ਸਨ ਔਰੰਗਜ਼ੇਬ ਦੇ ਕੋਲ। ਇਸ ਕਰਕੇ ਇੱਥੇ ਉਹ ਪੰਜ ਪਿਆਰਾਂ ਵਾਲਾ ਸਾਹਿਬ ਨਹੀਂ, ਸਾਹਿਬ ਸਿੰਘ ਨਹੀਂ ਜਾਣਨਾ ਹੈ। ਇਹ ਭਾਈ ਸਾਹਿਬ ਦੇ ਸਮੇਂ ਹੈ ਸੀ, ਇਹ ਲਿਖਾਰੀ ਇਹਨੂੰ ਲਾਇਆ ਹੈ। ਸਭ ਸਤਿਗੁਰ ਕੀ ਕਥਾ ਲਿਖਾਇਵ। ਸਾਰੀ ਜਿਹੜੀ ਸਤਿਗੁਰੂ ਦੀ ਕਥਾ ਹੈ ਭਾਈ ਸਾਹਿਬ ਸਿੰਘ ਨੂੰ ਲਿਖਾਰੀ ਲਾ ਕੇ ਲਿਖਾਈ। ਅਪਰ ਸਿੰਘ ਸੁਨਬੇ ਗੁਣ ਲਾਗੇ। ਗੱਲ ਲਾਗੇ। ਹੋਰ ਜਿਹੜੇ ਸਿੰਘ ਹੈ ਉਹ ਸਾਰੇ ਕਦੇ ਬਹੁਤ ਹੀ ਗਿਣਤੀ ਵੀ ਸੁਣਨ ਲੱਗ ਗਏ। ਸ੍ਰੀ ਗੁਰ ਕੇ ਗੁਣ ਸੋ ਅਨਰਾਗੇ। ਮਹਾਰਾਜ ਜੀ ਦੇ ਗੁਣ ਜਿਹੜੇ ਉਹਨਾਂ ਨੂੰ ਸੁਣਨ ਵਿੱਚ ਪ੍ਰਮੀ ਹੋਏ। ਜਗ ਲੋ ਜੁਗ ਲੋਕਨ ਮਹਿ ਦੇ ਕਲਿਆਣ। ਕਿਉਂਕਿ ਜਿਹੜੀ ਸਤਿਗੁਰੂ ਦੀ ਕਥਾ ਹੈ ਤਾਂ ਦੋਵਾਂ ਲੋਕਾਂ ਵਿੱਚ ਕਲਿਆਣ ਦੇਣ ਵਾਲੀ ਹੈ। ਮਹਾ ਮਹਾਤਮ ਸੁਨਬੇ ਕਾਨ। ਇਹ ਗੁਰੂ ਕੀ ਕਥਾ ਕੰਨਾਂ ਰਾਹੀਂ ਧਿਆਨ ਦੇ ਕੇ ਸੁਣੀ, ਇਹਦਾ ਬੜਾ ਭਾਰੀ ਮਹਾਤਮ ਫਲ ਹੈ। ਸੁਤ ਬਿਤ ਆਦਿਕ ਕੀ ਸੁਖ ਦਾਤਾ। ਸਤਿਗੁਰੂ ਦੀ ਜਿਹੜੀ ਕਥਾ ਹੈ ਪੁੱਤਰ ਧਨ ਆਦਿਕ ਦੀ ਤੇ ਸੁਖਾਂ ਦੀ ਦੇਣ ਵਾਲੀ ਦਾਤਾ ਹੈ। ਕਸ਼ਟ ਘਾਟ ਪੇ ਦ્વੈ ਬ੍ਰਹਮ ਗਿਆਤਾ। ਬਾਹਰਲੇ ਜਨਮਾਂ ਦੇ ਦੁੱਖਾਂ ਨੂੰ ਕੱਟਣ ਵਾਲੀ ਤੇ ਬ੍ਰਹਮ ਦੀ ਸਮਝ ਸੂਝ ਦੇਣ ਵਾਲੀ ਹੈ। ਉਰ ਸ਼ਰਧਾ ਧਰ ਸੁਨੈ ਸੁਨਾਵੈ। ਜਿਹੜਾ ਵੀਰ ਦੇ ਵੀ ਸ਼ਰਧਾ ਧਾਰ ਕੇ ਗੁਰੂ ਕੀ ਕਥਾ ਸੁਨੇਗਾ ਤਥਾ ਸੁਣਾਵੇਗਾ, ਗੁਰ ਸਹਾਏ ਤੇ ਮੁਕਤੀ ਪਾਵੈ। ਗੁਰੂ ਮਹਾਰਾਜ ਉਹਦੀ ਕਦੇ ਸਹਾਇਤਾ ਕਰਨਗੇ, ਮਦਦ ਕਰਨਗੇ ਤੇ ਉਹ ਸੁਣ ਸੁਣਾਉਣ ਵਾਲਾ ਕਹਿੰਦੇ ਮੁਕਤੀ ਪਾ ਲਏਗਾ, ਕਲਿਆਣ ਪਾ ਲਵੇਗਾ। ਇਸ ਤਰ੍ਹਾਂ ਇਹ ਸਤਿਗੁਰੂ ਦੀ ਕਥਾ ਪੜ੍ਹਨ ਸੁਣਦਾ ਉਹ ਦੋਹਾਂ ਨੂੰ ਬੜਾ ਭਾਰੀ ਲਾਭ ਹੋ ਜਾਏਗਾ। ਉਹ ਇਸ ਤਰ੍ਹਾਂ ਇਹ ਕਵੀ ਸੰਤੋਖ ਸਿੰਘ ਜੀ ਨੇ ਜੋ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਸਿੰਘਾਂ ਦੀ ਬੇਨਤੀ ਤੋਂ ਉਹ ਇਹ ਇਤਿਹਾਸ ਸਾਰਾ ਸੁਣਾਇਆ ਸੀ ਤੇ ਸਾਹਿਬ ਸਿੰਘ ਨੇ ਲਿਖਿਆ ਸੀ। ਇਹ ਪਿਛੋਕੜ ਦੱਸਿਆ ਹੈ ਕਿਉਂਕਿ ਕਈ ਸਵਾਲ ਕਰਦੇ ਵੀ ਭਾਈ ਸੰਤੋਖ ਸਿੰਘ ਜੀ ਨੂੰ ਕਿੱਥੋਂ ਇਤਿਹਾਸ ਲੱਭ ਗਿਆ ਜਿਹੜਾ ਇੰਨਾ ਵੱਡਾ ਉਹਨੇ ਲਿਖ ਕੇ ਰੱਖ ਦਿੱਤਾ ਹੈ। ਇਹ ਜਿਹੜਾ ਇਤਿਹਾਸ ਵਿੱਚ ਪ੍ਰਸੰਗ ਪੜ੍ਹਿਆ ਹੋਇਆ ਫਿਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਤੇ ਕੋਈ ਨਹੀਂ ਕਿੰਤੂ ਪ੍ਰਭੂ ਕਰ ਸਕਦਾ ਵੀ ਇਹਨਾਂ ਨੂੰ ਭਾਈ ਸਾਹਿਬ ਭਾਈ ਰਾਮ ਕੌਰ ਜੀ ਦਾ ਜਿਹੜਾ ਪੁਸਤਕ ਸੀ ਉਹ ਦਸਾਂ ਸਤਿਗੁਰਾਂ ਦਾ ਇਕੱਠਾ ਕੀਤਾ ਲਿਖਾਇਆ ਹੋਇਆ ਇਤਿਹਾਸ ਸੀ। ਉਹ ਸਾਰਾ ਬੀਬੀ ਪ੍ਰਧਾਨ ਕੌਰ ਜੀ ਦੀ ਰਾਹੀਂ
ਕੈਂਥਲ ਦੇ ਰਾਜੇ ਕੋਲ ਆ ਗਿਆ, ਕੈਂਥਲ ਦੇ ਰਾਜੇ ਕੋਲ ਇਹਨਾਂ ਰਾਹੀਂ ਇਹਨਾਂ ਕੋਲ ਆ ਗਿਆ ਸੀ। ਇਸ ਤਰ੍ਹਾਂ ਇਹਨਾਂ ਨੇ ਉਹ ਇਤਿਹਾਸ ਨੂੰ ਦੇਖ ਕੇ ਇਤਿਹਾਸ ਲਿਖਿਆ ਹੈ। ਸੋ ਇਸ ਤਰ੍ਹਾਂ ਜਿਵੇਂ ਇਤਿਹਾਸ ਦਾ ਪਿਛੋਕੜ ਸੀ ਵੀ ਕਿੱਥੋਂ ਇਹ ਸਾਡੇ ਕੋਲ ਆਇਆ, ਉਹ ਕਵੀ ਜੀ ਨੇ ਆਪ ਤਾਂ ਹੁੰਦਾ ਵੀ ਮਨੁੱਖ ਆਪਣੀ ਬਿਰਤਾ ਜਨਾਉਣ ਵਾਸਤੇ ਪਿਛੋਕੜ ਨਹੀਂ ਦੱਸਦਾ ਹੈ ਵੀ ਆਹ ਵੀ ਮੈਂ ਪੜ੍ਹਿਆ, ਆਹ ਵੀ ਮੈਂ ਪੜ੍ਹਿਆ ਹਾਂ, ਲੇਕਿਨ ਇਹ ਨਹੀਂ ਕਹਿੰਦਾ ਵੀ ਆਹ ਮੈਂ ਪੁਸਤਕ ਫਲਾਣੇ ਕੋਲੋਂ ਪੜ੍ਹਿਆ, ਆਹ ਫਲਾਣੇ ਕੋਲੋਂ, ਕੋਈ ਫਲਾਣੇ ਦੀ ਕਿਰਪਾ ਹੈ। ਇਹ ਕੋਈ ਦੱਸਦਾ ਜਿਹਦੇ ਅੰਦਰ ਨਿਮਰਤਾ ਗਰੀਬੀ ਹੈ। ਨਹੀਂ ਤਾਂ ਕਹਿੰਦਾ ਮੈਂ ਆਹ ਵੀ ਪੜ੍ਹਿਆ, ਆਹ ਵੀ ਪੜ੍ਹਿਆ ਹਾਂ। ਠੀਕ ਹੈ, ਤੂੰ ਆਪੇ ਤਾਂ ਨਹੀਂ ਪੜ੍ਹ ਗਿਆ, ਕਿਸੇ ਨੇ ਤਾਂ ਪੜ੍ਹਾਇਆ, ਤੇਰੇ ਨਾਲ ਮੱਥਾ ਮਾਰਿਆ ਹੈ ਤੇ ਫੇਰ ਹੀ ਤੂੰ ਇਹ 4 ਅੱਖਰ ਪੜ੍ਹਿਆ ਹੈ। ਉਹ ਬਿਰਲੇ ਗੁਰਮੁਖ ਹੈ ਜਿਨ੍ਹਾਂ ਦੇ ਅੰਦਰ ਇਹ ਨਿਮਰਤਾ ਗਰੀਬੀ ਆਉਂਦੀ ਹੈ ਤੇ ਇਹੋ ਜਿਹਾ ਬਿਆਨ ਕਰਦੇ ਆ ਵੀ ਇਹਨਾਂ ਨੇ ਕਿਰਪਾ ਕੀਤੀ ਹੈ, ਦਾਸ ਤੇ 4 ਅੱਖਰ ਮੈਨੂੰ ਪੜ੍ਹਾਏ, ਮੱਥਾ ਮਾਰਿਆ ਹੈ। ਨਹੀਂ ਤਾਂ ਕਈ ਵਾਰੀ ਐਸਾ ਦੇਖਿਆ ਜਾਂਦਾ ਵੀ ਉਹ ਪੜ੍ਹਾ ਕੇ ਤੇ ਜਿਹਨੇ ਕੁਝ ਕਰਿਆ ਕਰਾਇਆ ਉਹਨੂੰ ਨਜ਼ਰ ਜਾ ਦੇ ਉਹਦੇ ਸੇ ਪੁੱਠਾ ਸਿੱਧਾ ਕਰਨ ਲੱਗ ਪੈਂਦੇ ਆ। ਕਈ ਮਾਤਰਾ ਦੇ ਨਾਲ ਐਸਾ ਦੇਖਿਆ ਗਿਆ ਉਹ ਜਿਨ੍ਹਾਂ ਨੇ ਮਹਾਂਪੁਰਸ਼ਾਂ ਤੋਂ ਵਿਦਿਆ ਹਾਸਿਲ ਕੀਤੀ, ਹੁਣ ਉਹਨਾਂ ਦੇ ਨਾਲ ਹੀ ਉਹਨਾਂ ਦਾ ਦਵੈਸ਼ ਭਾਵ ਉਹਨਾਂ ਦੇ ਸੰਬੰਧ ਵਿੱਚ ਹੀ ਪੁੱਠਾ ਸਿੱਧਾ ਕਦੇ। ਉਹਦੀ ਰਹਿਤ ਬੜੀ ਸਖਤ ਹੈ ਜੀ, ਇਹਨਾਂ ਦੇ ਅਸੂਲ ਇਹੋ ਜਿਹੇ ਹੈ ਜੀ, ਇਹ ਰਹਿ ਨਹੀਂ ਸਕਦਾ, ਪੜ੍ਹ ਨਹੀਂ ਸਕਦਾ ਕੋਈ। ਤਾਂ ਇਹ ਤਾਂ ਸੋਚ ਤਾਂ ਗੁਰੂ ਕਲਗੀਧਰ ਜੀ ਦੇ ਵਿਦਿਆਰਥੀਆਂ ਨੂੰ ਮਹਾਰਾਜ ਨੇ ਗੁਰੂ ਕਾਸ਼ੀ ਸਾਹਿਬ ਦ੍ਰਿੜਾਏ ਸਨ ਪੜ੍ਹਨ ਸਮੇਂ। ਉਹ ਅੱਗੇ ਤੋਂ ਅੱਗੇ ਵਿਦਿਆਰਥੀ ਜਿਹੜੇ ਵਿਦਵਾਨ ਉਹ ਰੱਖਦੇ ਰਖਾਉਂਦੇ ਆਏ। ਸਾਡੇ ਅੰਦਰ ਕਬਜ਼ਲ ਦਾ ਪ੍ਰਭਾਵ ਪੈ ਗਿਆ, ਸਾਡੀ ਮੱਤ ਮਾਰੀ ਗਈ, ਪੂਜਾ ਦਾ ਧਾਨ ਖਾ ਕੇ ਸਾਨੂੰ ਗੁਰੂ ਕੇ ਅਸੂਲ ਹੁਣ ਮਾੜੇ ਲੱਗਣ ਲੱਗ ਪਏ ਤੇ ਕਹੀ ਜਾਂਦੇ ਵੀ ਇਹਨਾਂ ਦੇ ਅਸੂਲ ਬਹੁਤ ਜੀ ਸਖਤ ਹੈ ਜੀ, ਇਹ ਰਹਿ ਕੇ ਪੜ੍ਹਨਾ ਬਹੁਤ ਔਖਾ ਹੈ ਜੀ। ਇਹ ਤਾਂ ਹੁਣ ਨਿੱਘਾ ਸਿੰਘਾਂ ਤੋਂ ਤੁਸੀਂ ਦੇਖ ਲਓ, ਸਾਰਾ ਮਹਾਰਾਜ ਦੇ ਸਮੇਂ ਦਾ ਗੁਰੂ ਕੇ ਲੰਗਰ ਦਾ ਪਹਿਰਾ ਜੀ ਸੀ, ਪਹਿਰਾਵਾ ਸੀ, ਉਹ ਸਾਰਾ ਦੱਸੀ ਜਾਂਦੇ, ਦਿਖਾਈ ਜਾਂਦੇ ਵੀ ਇਹ ਮਹਾਰਾਜ ਇਹੋ ਜਿਹਾ ਪਹਿਰਾਵਾ, ਇਹੋ ਜਿਹਾ ਲੰਗਰ ਪਾਣੀ ਬਣਾਉਂਦੇ ਸੀ। ਉਹ ਕਿੰਨੀ ਸੋਹਣ ਸੁਧਾਈ ਹੈ, ਕਿਵੇਂ ਬਾਟੇ ਮਾਂਜਦੇ, ਕਿਵੇਂ ਖੂਹ ਦਾ ਜਲ ਲਿਆ ਕੇ ਉਹ ਸਾਰਾ ਕੁਝ ਕਰਦੇ ਕਰਾਉਂਦੇ। ਅਸੀਂ ਕਹਿੰਦੇ ਜੀ ਪਖੰਡ ਹੈ, ਜੋ ਝੂਠ ਮੂਠ ਹੈ, ਜੋ ਗੰਦ ਮੰਦ ਹੈ, ਬਸ ਅਸੀਂ ਖਾਈ ਪੀ ਜਾਂਦੇ ਹੋ ਜੇ ਅਸੀਂ ਬੜਾ ਮਾਰਦੇ ਵੀ ਇਹ ਜੀ ਆਏ ਹੈ ਜੀ ਆਵਾਂ ਜੀ। ਇਹ ਤਾਂ ਸਾਰੇ ਅਸੂਲ ਗੁਰੂ ਕਲਗੀਧਰ ਜੀ ਦੇ, ਜਿਹੜਾ ਕੋਈ ਰੱਖ ਲਓ ਉਹਦੀ ਮਹਾਰਾਜ ਬਾਂਹ ਫੜ ਲਏਗਾ, ਜਿਹੜਾ ਇਹਨਾਂ ਲੋਕਾਂ ਮਗਰ ਲੱਗ ਕੇ ਐਸਾ ਕੁਝ ਕਰੇਗਾ ਆਪੇ ਫਿਰ ਡੰਡਾ ਲੈਂਦਾ ਰਹੇਗਾ, ਲੇਖਾ ਜੋਖਾ। ਠੀਕ ਹੈ ਵੀ ਸੌਖਾ ਹੈ, ਬਣਿਆ ਬਣਾਇਆ ਜੋ ਹੋਇਆ ਛਕ ਲਿਆ, ਬਸ ਉਹ ਤਾਂ ਫਿਰ ਮਹਾਰਾਜ ਤਾਂ ਪੁੱਛ ਹੀ ਲੈਣਗੇ ਵੀ ਅਸੀਂ ਜਿਹੜੀ ਮਰਜ਼ਾਦਾ ਕਾਇਮ ਕੀਤੀ ਸੀ ਗੁਰੂ ਕੇ ਲੰਗਰ ਦੀ, ਉਹ ਸੰਸਾਰ ਤੂੰ ਬਣਾ ਕੇ ਛਕਦਾ ਰਿਹਾ, ਫਿਰ ਉਹੀ ਦੇਵੇਗਾ। ਇਸ ਕਰਕੇ ਸਤਿਗੁਰੂ ਕਿਰਪਾ ਕਰਨ, ਬਖਸ਼ੀ ਕਰਨ, ਜਿਵੇਂ ਉਹਨਾਂ ਨੇ ਇਹ ਗੁਰਮਤਿ ਦੇ ਅਸੂਲ ਕਾਇਮ ਕੀਤੇ ਹੈ, ਸਾਡੇ ਮਨਾਂ ਵਿੱਚ ਉਸ ਦੇ ਉੱਪਰ ਸ਼ਰਧਾ ਭਾਵਨਾ ਆਏ। ਉਹਨਾਂ ਅਸੂਲਾਂ ਵਿੱਚ ਰਹਿ ਕੇ ਸਤਿਗੁਰੂ ਦੀਆਂ ਖੁਸ਼ੀਆਂ ਹਾਸਲ ਕਰੀਏ, ਜਿਸ ਕਰਕੇ ਸਾਡੀ ਜੀਵਨ ਯਾਤਰਾ ਸਫਲੀ ਹੋ ਜਾਏ, ਲੋਕ ਪਰਲੋਕ ਸੁਖੀ ਸਹੇਲਾ ਬਣ ਜਾਏ। ਸੁਤ ਬਿਤ ਆਦਿਕ ਕੀ ਸੁਖ ਦਾਤਾ, ਕਸ਼ਟ ਕਾਟ ਬੇਦੈ ਬ੍ਰਹਮ ਗਿਆਤਾ। ਉਰ ਸਰਦਾ ਧਰ ਸੁਨੈ ਸੁਨਾਵੈ, ਗੁਰ ਸਹਾਇ ਤੇ ਮੁਕਤੀ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।